ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੀ ਤਰੀਕ ਦਾ ਐਲਾਨ। 10 ਮਈ ਨੂੰ ਹੋਏਗੀ ਵੋਟਿੰਗ। 13 ਮਈ ਨੂੰ ਆਉਣਗੇ ਨਤੀਜੇ। ਸੰਤੋਖ ਚੌਧਰੀ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਹੈ ਸੀਟ। ਭਗੌੜੇ ਅੰਮ੍ਰਿਤਪਾਲ ਨੂੰ ਲੈ ਕੇ ਪੰਜਾਬ ਸਰਕਾਰ ਨੇ ਹਾਈ ਕੋਰਟ 'ਚ ਦਾਖਲ ਕੀਤਾ ਹਲਫਨਾਮਾ। ਅੰਮ੍ਰਿਤਪਾਲ ਦੇ ਵਕੀਲ ਨੇ ਐਫੀਡੇਵਿਟ ਦਾਖਲ ਕਰਨ ਲਈ ਕੋਰਟ ਤੋਂ ਮੰਗਿਆ ਸਮਾਂ। ਹੁਣ 12 ਅਪ੍ਰੈਲ ਨੂੰ ਹੋਏਗੀ ਸੁਣਵਾਈ। ਆਪਰੇਸ਼ਨ ਅੰਮ੍ਰਿਤਪਾਲ ਵਿਚਾਲੇ ਸੀਐਮ ਭਗਵੰਤ ਮਾਨ ਦੀ ਪੰਜਾਬੀਆਂ ਨੂੰ ਨਸੀਹਤ। ਬੋਲੇ ਭੜਕਾਉਣ ਵਾਲਿਆਂ ਤੋਂ ਹੈ ਬਚਣ ਦੀ ਲੋੜ। ਪਹਿਲਾਂ ਹੀ ਦੇਖ ਚੁੱਕੇ ਹਾਂ ਕਾਲਾ ਦੌਰ, ਕਿਸੇ ਕੀਮਤ ਤੇ ਨਹੀਂ ਭੰਗ ਹੋਣ ਦਿਆਂਗੇ ਸੂਬੇ ਦੀ ਅਮਨ ਸ਼ਾਂਤੀ। ਅੰਮ੍ਰਿਤਪਾਲ ਦੇ ਪੰਜਾਬ 'ਚ ਹੋਣ ਦੇ ਇਨਪੁਟਸ ਵਿਚਾਲੇ ਹੁਸ਼ਿਆਰਪੁਰ 'ਚ ਵੱਡਾ ਸਰਚ ਆਪਰੇਸ਼ਨ। ਬੀਤੀ ਰਾਤ ਤੋਂ ਪਿੰਡ ਮਰਨਾਈਆਂ ਕੀਤਾ ਹੋਇਆ ਸੀਲ। ਇਨੋਵਾ ਗੱਡੀ ਛੱਡ ਫਰਾਰ ਹੋਏ ਦੋ ਨੌਜਵਾਨਾਂ ਦੀ ਭਾਲ ਜਾਰੀ। ਇਨੋਵਾ ਤੇ ਲੱਗਿਆ ਨੰਬਰ ਵੀ ਨਿਕਲਿਆ ਜਾਲੀ। ਆਪਰੇਸ਼ਨ ਅੰਮ੍ਰਿਤਪਾਲ ਦੇ ਵਿਚਾਲੇ ਜਲੰਧਰ ਪੁਲਿਸ 'ਚ ਵੱਡਾ ਫੇਰਬਦਲ। 6 ਪੁਲਿਸ ਅਫਸਰਾਂ ਦੇ ਕੀਤੇ ਤਬਾਦਲੇ। ਡੀਸੀਪੀ ਹੈੱਡਕੁਆਰਟਰ ਵਤਸਲਾ ਗੁਪਤਾ ਤੇ ਜਲੰਧਰ ਦਿਹਾਤ ਦੇ ਐਸਐਸਪੀ ਸਣੇ ਕਈਆਂ ਨੂੰ ਬਦਲਿਆ। ਪੰਜਾਬੀ ਸਿੰਗਰ ਬੱਬੂ ਮਾਨ ਦਾ ਟਵਿੱਟਰ ਅਕਾਊਂਟ ਟੈਂਪਰੇਰੀ ਤੌਰ ਤੇ ਬੰਦ। ਭਾਰਤ ਵਿੱਚ ਵਿਦਹੋਲਡ ਕੀਤਾ ਗਿਆ ਅਕਾਊਂਟ। ਸਾਬਕਾ ਕਾਂਗਰਸ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਰਾਹਤ। ਹਾਈਕੋਰਟ ਨੇ ਪੰਚਾਇਤੀ ਜ਼ਮੀਨ ਘੁਟਾਲੇ ਦੇ ਮਾਮਲੇ 'ਚ ਦਿੱਤੀ ਅੰਤਰਿਕ ਜ਼ਮਾਨਤ। ਕੋਰਟ ਨੇ ਵਿਜੀਲੈਂਸ ਜਾਂਚ 'ਚ ਸ਼ਾਮਲ ਹੋਣ ਦੇ ਦਿੱਤੇ ਹੁਕਮ। ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਤੋਂ ਵਿਜੀਲੈਂਸ ਦੀ ਪੁੱਛਗਿੱਛ ਜਾਰੀ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਹੋ ਰਹੇ ਸਵਾਲ ਜਵਾਬ। ਪਿਛਲੀ ਵਾਰ ਵਿਜੀਲੈਂਸ ਨੇ ਮੰਗਿਆ ਸੀ ਜਾਇਦਾਦ ਦਾ ਵੇਰਵਾ। ਚੰਡੀਗੜ੍ਹ 'ਚ ਸੀਐਮ ਮਾਨ ਨੂੰ ਮਿਲੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ। ਵਾਟਰ ਸੈਸ ਨੂੰ ਲੈ ਕੇ ਹੋਈ ਚਰਚਾ। ਸੁੱਖੂ ਬੋਲੇ ਵਾਟਰ ਸੈਸ ਨਾਲ ਪੰਜਾਬ ਤੇ ਹਰਿਆਣਾ ਤੇ ਨਹੀਂ ਪਏਗਾ ਕੋਈ ਅਸਰ। ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੀ ਕੋਸ਼ਿਸ਼ ਲਿਆਈ ਰੰਗ। ਮਸਕਟ ਦੇ ਵਿੱਚ ਫਸੀ ਸਵਰਨਜੀਤ ਕੌਰ 3 ਮਹੀਨੇ ਬਾਅਦ ਪਰਤੀ ਵਤਨ। ਏਜੰਟ ਨੇ ਦੁਬਈ 'ਚ ਕੰਮ ਕਰਨ ਦਾ ਝਾਂਸਾ ਦੇ ਕੇ ਫਸਾਇਆ ਸੀ ਮਸਕਟ। ਰਮਜ਼ਾਨ ਦੇ ਚੱਲਦੇ ਪਾਕਿਸਤਾਨ 'ਚ ਮਹਿੰਗਾਈ ਨੇ ਤੋੜੇ ਸਾਰੇ ਰਿਕਾਰਡ। 500 ਰੁਪਏ ਦਰਜਨ ਮਿਲ ਰਹੇ ਕੇਲੇ ਤੇ 1600 ਰੁਪਏ ਕਿਲੋ ਅੰਗੂਰ। ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੇ ਰੇਟ 'ਚ ਵੀ 100 ਤੋਂ 200% ਤੱਕ ਦਾ ਵਾਧਾ। ਸਤਿ ਸ਼੍ਰੀ ਅਕਾਲ, ਮੈਂ ਅਰਜ਼ੀਪ ਸੰਧੂ। ਨਿਊਜ਼ 18 ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸ਼ੁਰੂਆਤ ਇੱਕ ਵੱਡੀ ਖਬਰ ਦੇ ਨਾਲ। ਹੁਸ਼ਿਆਰਪੁਰ ਤੋਂ ਜੋ ਇਨੋਵਾ ਬਰਾਮਦ ਕੀਤੀ ਗਈ ਹੈ ਉਸ ਨੂੰ ਲੈ ਕੇ ਵੱਡੀ ਖਬਰ ਹੈ। ਇਨੋਵਾ ਤੇ ਜੋ ਨੰਬਰ ਲੱਗਿਆ ਹੋਇਆ, ਨੰਬਰ ਪਲੇਟ ਲੱਗੀ ਹੋਈ ਹੈ, ਉਹ ਨੰਬਰ ਜਾਲੀ ਹੈ। ਉਹ ਨੰਬਰ ਜਾਲੀ ਨਿਕਲਿਆ ਹੈ ਕਿਉਂਕਿ ਉਸ ਦੀ ਕੋਈ ਡਿਟੇਲ ਨਹੀਂ ਮਿਲ ਰਹੀ। ਜਿਹੜਾ ਵੀ ਨੰਬਰ ਹੁੰਦਾ ਹੈ ਉਸ ਦੀ ਰਜਿਸਟ੍ਰੇਸ਼ਨ ਚੈੱਕ ਕੀਤੀ ਜਾ ਸਕਦੀ ਹੁੰਦੀ ਹੈ ਤੇ ਪਤਾ ਲੱਗ ਜਾਂਦਾ ਹੈ ਆਨਲਾਈਨ ਉਸ ਨੰਬਰ ਨੂੰ ਭਰ ਕੇ ਕਿ ਇਹ ਕਿਸ ਦੇ ਨਾਮ ਤੇ ਕਾਰ ਰਜਿਸਟਰਡ ਹੈ। ਲੇਕਿਨ ਉਹ ਨੰਬਰ ਰਜਿਸਟਰਡ ਹੀ ਨਹੀਂ ਹੈ, ਨੰਬਰ ਜਾਲੀ ਹੈ। PB10CK 0527 ਇਹ ਜਿਹੜਾ ਨੰਬਰ ਗੱਡੀ ਤੇ ਲੱਗਿਆ ਦਿਖਾਈ ਦੇ ਰਿਹਾ ਇਨੋਵਾ ਤੇ, ਇਹ ਨੰਬਰ ਜਾਲੀ ਹੈ। ਕੱਲ ਮਰਨਾਈਆਂ ਪਿੰਡ ਦੇ ਵਿੱਚ ਇਨੋਵਾ ਮਿਲੀ ਸੀ। ਇਨੋਵਾ ਛੱਡ ਕੇ ਦੋ ਨੌਜਵਾਨ ਭੱਜ ਗਏ ਸੀ ਜਦੋਂ ਉਹਨਾਂ ਦਾ ਪਿੱਛਾ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਸੀ। ਇਹਨਾਂ ਦੋਵੇਂ ਫਰਾਰ ਨੌਜਵਾਨਾਂ ਦੀ ਤਲਾਸ਼ ਜਾਰੀ। ਅਜੇ ਤੱਕ ਸਾਫ਼ ਨਹੀਂ ਹੋ ਪਾਇਆ ਕਿ ਇਹ ਦੋਵੇਂ ਕੌਣ ਨੇ। ਪੁਲਿਸ ਪਿੱਛਾ ਕਰ ਰਹੀ ਸੀ। ਫਗਵਾੜਾ ਤੋਂ ਹੁਸ਼ਿਆਰਪੁਰ ਤੱਕ ਪਿੱਛਾ ਕੀਤਾ ਗਿਆ ਲੇਕਿਨ ਹੁਸ਼ਿਆਰਪੁਰ ਦੇ ਮਰਨਾਈਆਂ ਪਿੰਡ ਦੇ ਵਿੱਚ ਇਨੋਵਾ ਛੱਡ ਕੇ ਦੋ ਲੋਕ ਭੱਜ ਗਏ, ਫਰਾਰ ਹੋ ਗਏ। ਹਾਲਾਂਕਿ ਤਲਾਸ਼ ਅਜੇ ਵੀ ਕੀਤੀ ਜਾ ਰਹੀ ਹੈ। ਪੂਰੇ ਪਿੰਡ ਦੇ ਵਿੱਚ ਕੱਲ ਦੇਰ ਰਾਤ ਸਰਚ ਆਪਰੇਸ਼ਨ ਚਲਾਇਆ ਗਿਆ। ਅੱਜ ਵੀ ਸਰਚ ਆਪਰੇਸ਼ਨ ਜਾਰੀ ਹੈ। ਆਸ-ਪਾਸ ਦੇ ਪਿੰਡਾਂ ਦੇ ਵਿੱਚ ਵੀ ਤਲਾਸ਼ ਕੀਤੀ ਜਾ ਰਹੀ ਹੈ ਲੇਕਿਨ ਉਹ ਦੋ ਲੋਕ ਕੌਣ ਨੇ ਅਜੇ ਤੱਕ ਸਾਫ਼ ਨਹੀਂ ਹੋਇਆ। ਅਜੇ ਤੱਕ ਪੁਲਿਸ ਨੇ ਇਸ ਨੂੰ ਲੈ ਕੇ ਕੁਝ ਵੀ ਸਪਸ਼ਟ ਨਹੀਂ ਕੀਤਾ ਲੇਕਿਨ ਇਸ ਨੂੰ ਲੈ ਕੇ ਇਹ ਵੀ ਚਰਚਾਵਾਂ ਨੇ, ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੂੰ ਅੰਮ੍ਰਿਤਪਾਲ ਦੇ ਪੰਜਾਬ 'ਚ ਹੋਣ ਦੀ ਇਨਪੁਟ ਮਿਲੀ ਸੀ ਜਿਸ ਤੋਂ ਬਾਅਦ ਇਸ ਤਰੀਕੇ ਦਾ ਸਰਚ ਆਪਰੇਸ਼ਨ ਚਲਾਇਆ ਗਿਆ ਤੇ ਹੁਣੇ ਇਹ ਸਾਹਮਣੇ ਆਇਆ ਹੈ ਕਿ ਜਿਹੜੀ ਇਨੋਵਾ ਜਿਸ ਦਾ ਪਿੱਛਾ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਸੀ ਇਸ ਦਾ ਨੰਬਰ ਜਾਲੀ ਹੈ। ਇਨੋਵਾ ਨੂੰ ਚੋਰੀ ਕਰਨ ਦਾ ਵੀ ਸ਼ੱਕ ਜਤਾਇਆ ਜਾ ਰਿਹਾ ਹੈ, ਯਾਨੀ ਕਿ ਕੋਈ ਇਨੋਵਾ ਚੋਰੀ ਕਰਕੇ, ਕੋਈ ਗੱਡੀ ਚੋਰੀ ਕਰਕੇ ਉਸ ਤੇ ਫਰਜ਼ੀ ਨੰਬਰ ਪਲੇਟ ਲਗਾ ਕੇ ਵੀ ਇਹ ਲੋਕ ਭੱਜੇ ਹੋ ਸਕਦੇ ਨੇ। ਪੁਲਿਸ ਨੂੰ ਚਕਮਾ ਦੇਣ ਦੀ ਕੋਸ਼ਿਸ਼ ਹੋ ਸਕਦੀ ਹੈ। ਇਹ ਜੋ ਨੰਬਰ ਨਜ਼ਰ ਆ ਰਿਹਾ ਹੈ ਇਨੋਵਾ ਤੇ ਲੱਗਿਆ ਹੋਇਆ PB10CK 0527 ਇਹ ਨੰਬਰ ਜਾਲੀ ਹੈ। ਜਦੋਂ ਇਸ ਨੂੰ ਤੁਸੀਂ ਆਨਲਾਈਨ ਚੈੱਕ ਕਰੋ ਤਾਂ ਇਹ ਰਜਿਸਟਰਡ ਹੀ ਨਹੀਂ ਹੈ, ਨੰਬਰ ਹੈ ਹੀ ਨਹੀਂ, ਫਰਜ਼ੀ ਨੰਬਰ ਹੈ। ਫਰਜ਼ੀ ਨੰਬਰ ਹੈ, ਕਿਸੇ ਦੇ ਵੀ ਨਾਂ ਤੇ ਰਜਿਸਟਰਡ ਨਹੀਂ ਹੈ ਤਾਂ ਇਨੋਵਾ ਚੋਰੀ ਦੀ ਵੀ ਹੋ ਸਕਦੀ ਹੈ, ਇਸ ਦਾ ਵੀ ਸ਼ੱਕ ਜਤਾਇਆ ਜਾ ਰਿਹਾ। ਪਿਛਲੇ ਸ਼ੀਸ਼ੇ ਦੇ ਉੱਤੇ, ਇਨੋਵਾ ਦੇ ਪਿਛਲੇ ਸ਼ੀਸ਼ੇ ਦੇ ਉੱਤੇ ਕੁਝ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ। ਹੇਠਾਂ ਲਿਖਿਆ ਹੈ ਕਾਰ ਸੇਵਾ। ਕਾਰ ਸੇਵਾ ਵਾਲਿਆਂ ਦੀ ਗੱਡੀ ਕੀ ਚੋਰੀ ਕੀਤੀ ਗਈ, ਕੀ
किस दी ये गड्डी है इस नूं लेके पुलिस जांच कर रही है, लेकिन जो नंबर प्लेट इस ते लगी हुई है, जो नंबर नजर आ रहा है, वो नंबर फर्जी है। दो लोग जो इस दे विच सवार सी जो भज्जे ने गुरु घर दे कोल इस नूं खड़ा करके मरनाइयां पिंड दे विच उन्हां दी भी तलाश हो रही है। अजे तक पुलिस ने साफ नहीं कीता कि वो दो लोग कौन ने जिन्हां दा पिछा कीता जा रहा सी। जाली नंबर प्लेट वाली गड्डी सी जिस दा पुलिस पिछा कर रही सी, जिस दे विच कुछ लोग सवार सी। हालांकि पहला यह भी खबर आईयां कि 3 तो 4 लोग सवार सी, लेकिन जो जानकारी इस पिंड तो मिल रही है कि जदों इनोवा छड्ड के लोग भज्जे ने तो 2 लोग सी, 2 नौजवान सी, सिक्खी स्वरूप दे विच सी, बाणा पाया होया सी, लेकिन वो लोग कित्थे गए, किधर नूं फरार होए या कौन सी, इस नूं लैके अजे तक कुछ भी स्पष्ट नहीं होया। लेकिन इस विचाले गड्डी पुलिस ने बरामद कर लई ते इस गड्डी ते जो नंबर लग्या नजर आ रहा है, जो नंबर प्लेट नजर आ रही है, वो नंबर प्लेट जाली है, ये नंबर फर्जी है। PB10CK 0527 ये नंबर फर्जी है, तो इनोवा चोरी दी भी हो सकती है, इसनूं लैके भी हुण जांच हो रही है। मनोज राठी मेरे सहयोगी लाइव जुड़ चुके ने। मनोज, पिछा पुलिस दे वल्लों कीता जा रहा सी, अजे तक स्पष्ट नहीं किया गया कि वो लोग कौन सी जो इस इनोवा दे विच सवार सी, लेकिन अजिहे दे विच पहला ये भी असी चर्चा कर रहे सी कि इनोवा गड्डी किस दी है उसकी जांच होएगी, लेकिन हुण पता लग रहा है कि इनोवा ते जो नंबर लग्या होया, नंबर प्लेट लगी हुआ, वही जाली है। देखो अर्शदीप, ਇਹਦੇ ਵਿੱਚ ਹੁਣ ਜਿੱਦਾਂ ਜਿੱਦਾਂ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਕਈ ਚੀਜ਼ਾਂ ਦਾ ਜਿਹੜਾ ਹੈਗਾ ਉਹ ਸਾਹਮਣੇ ਆ ਰਹੀ ਹੈ। ਜਿਹੜੀ ਇਹ ਇਨੋਵਾ ਗੱਡੀ ਹੈਗੀ ਵਾਈਟ ਕਲਰ ਦੀ, ਇਹਦਾ ਜਿਹੜਾ ਨੰਬਰ ਲਿਖਿਆ ਹੋਇਆ PB10CK 0527, ਜਦੋਂ ਅਸੀਂ ਕੋਸ਼ਿਸ਼ ਕੀਤੀ ਕਿ ਇਹ ਨੰਬਰ ਕਿਹਦੇ ਨਾਂ ਤੇ ਹੈਗਾ, ਕਿਉਂਕਿ ਲੁਧਿਆਣੇ ਦਾ ਨੰਬਰ ਹੈਗਾ PB10, ਲੇਕਿਨ ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ, ਹੁਣ ਤੱਕ ਦੀ ਜਿਹੜੀ ਸਾਹਮਣੇ ਆਈ ਹੈ ਕਿ ਜਿਹੜਾ ਇਹਦੇ ਵਿੱਚ ਜੇ ਕੰਪਿਊਟਰ 'ਚ ਪਾ ਕੇ ਦੇਖੀਏ ਤਾਂ ਰਜਿਸਟ੍ਰੇਸ਼ਨ नॉट फाउंड आ रहा है, यानी कि यह नंबर ही नहीं है, रजिस्ट्रेशन ਇਹਦਾ नंबर ही नहीं है। तो ਇਹਦਾ बड़ा हुण इन्वेस्टिगेशन का मैटर है कि ਇਹ ਜਿਹੜੀ ਗੱਡੀ 'ਚ ਵਾਈਟ ਕਲਰ ਦੀ ਜਿਹੜੀ ਇਨੋਵਾ ਗੱਡੀ ਹੈਗੀ ਹੈ ਤੇ ਪਿੱਛੇ ਕਾਰ ਸੇਵਾ ਵੀ ਲਿਖਿਆ ਹੋਇਆ। ਜੇਕਰ ਤੁਸੀਂ ਧਿਆਨ ਨਾਲ ਦੇਖੋ ਇਨੋਵਾ ਗੱਡੀ ਦੇ ਵਾਈਟ ਕਲਰ ਦੀ ਜਿਹੜੀ ਹੈਗੀ, ਜਿਹਦੇ 'ਚ ਥੱਲੇ ਨੰਬਰ ਲਿਖਿਆ ਹੈ, ਬਲੈਕ ਕਲਰ ਦੀ ਜਿਹੜੀ ਪਿੱਛੇ ਦਾ ਮਿਰਰ ਹੈ ਉਹਦੇ 'ਚ ਕਾਰ ਸੇਵਾ ਤੇ ਹੋਰ ਵੀ ਕੁਝ ਲਿਖਿਆ ਹੋਇਆ। ਤੇ ਇਹ ਹੁਣ ਇਹ ਵੀ ਇਨਵੈਸਟੀਗੇਟ ਕੀਤੀ ਜਾ ਰਹੀ ਕਿ ਆਖਿਰ ਗੱਡੀ ਕਿਹਦੀ ਹੈ ਤੇ ਕਿਹਦੇ ਨਾਂ ਤੇ ਰਜਿਸਟਰਡ ਹੈ, ਕਿਉਂਕਿ ਰਜਿਸਟ੍ਰੇਸ਼ਨ ਤਾਂ ਨੋਟ ਫਾਊਂਡ ਆ ਰਿਹਾ ਹੈ। ਨੋਟ ਫਾਊਂਡ ਦਾ ਮਤਲਬ ਇਹ ਹੈਗਾ ਕਿ ਗੱਡੀ ਦਾ ਨੰਬਰ ਜਿਹੜਾ ਹੈਗਾ ਉਹ ਜਾਲੀ ਹੋ ਸਕਦਾ ਹੈ, ਕਿਉਂਕਿ ਗੱਡੀ ਦਾ ਰਿਕਾਰਡ ਹੀ ਨਹੀਂ ਬੋਲਦਾ, ਯਾਨੀ ਕਿ ਕਾਗਜ਼ਾਤ 'ਚ ਗੱਡੀ ਦਾ ਨੰਬਰ ਹੀ ਨਹੀਂ ਹੈਗਾ। ਇਹਦਾ ਮਤਲਬ ਇਹੀ ਹੁੰਦਾ ਕਿ ਨੰਬਰ ਜਿਹੜਾ ਇਹ ਫੇਕ ਹੈਗਾ, ਯਾਨੀ ਕਿ ਨੰਬਰ ਹੀ ਨਹੀਂ ਹੈਗਾ, ਇਹ ਜਿਹੜਾ ਕੰਪਿਊਟਰ ਤੇ ਨੰਬਰ ਹੀ ਨਹੀਂ ਚੜਿਆ ਹੋਇਆ। ਤੇ ਕਈ ਚੀਜ਼ਾਂ ਨੇ, ਯਾਨੀ ਕਿ ਗੱਡੀ ਦਾ ਫੇਕ ਨੰਬਰ ਲਾ ਕੇ ਇਹ ਗੱਡੀ ਜਿਹੜੀ ਹੈ ਉਹ ਭਜਾਉਣ ਦੀ ਕੋਸ਼ਿਸ਼ ਕੀਤੀ ਸੀ। ਜਿਹੜੇ ਉਸ ਗੱਡੀ 'ਚ ਨੌਜਵਾਨ ਸੀਗੇ, ਜਿਹੜੇ ਵੀ ਗੱਡੀ ਦਾ ਡਰਾਈਵਰ ਸੀਗਾ, ਹੋਰ ਵੀ ਨਾਲ ਸੀਗੇ, ਉਹ ਕੌਣ ਸੀਗੇ, ਕਿਉਂਕਿ ਕਾਊਂਟਰ ਇੰਟੈਲੀਜੈਂਸ ਦਾ ਜਿਹੜਾ ਇਨਪੁਟ ਹੈ ਜਾਂ ਪੰਜਾਬ ਪੁਲਿਸ ਦਾ ਜਿਹੜਾ ਇਨਪੁਟ ਹੈ, ਕੱਲ ਜਿਹੜਾ ਵੀ ਘੇਰਾ ਪਾਇਆ ਹੋਇਆ, ਲਗਾਤਾਰ ਇਨਵੈਸਟੀਗੇਸ਼ਨ ਚੱਲ ਰਹੀ ਹੈ, ਲਗਾਤਾਰ ਸਰਚ ਆਪਰੇਸ਼ਨ ਚੱਲ ਰਿਹਾ ਹੈ, ਉਹਦੇ ਵਿੱਚ ਇੱਕ ਗੱਲ ਤਾਂ ਸਾਫ਼ ਹੈ ਕਿ ਉਹਨਾਂ ਨੇ ਗੱਡੀਆਂ ਭਜਾਈ। ਕਾਊਂਟਰ ਇੰਟੈਲੀਜੈਂਸ ਨੂੰ ਇਨਪੁਟ ਸੀਗਾ ਕਿ ਗੱਡੀ 'ਚ ਹੋ ਸਕਦਾ ਅੰਮ੍ਰਿਤਪਾਲ ਔਰ ਪਪਲਪ੍ਰੀਤ, ਇਸ ਕਰਕੇ ਉਹਦੇ ਪਿੱਛੇ ਲਾਏ ਤੇ ਗੱਡੀ ਉਹਨਾਂ ਨੇ ਭਜਾ ਲਈ ਤੇ ਜਿਹੜਾ ਵੀ ਪਿੰਡ ਹੈ ਉੱਥੇ ਜਾ ਕੇ ਗੱਡੀ ਛੱਡ ਕੇ ਉੱਥੋਂ ਫਰਾਰ ਹੋ ਗਏ। ਤੇ ਪਿੱਛੇ ਪੁਲਿਸ ਨੇ ਲਗਾਤਾਰ ਜਿਹੜਾ ਹੈਗਾ ਸਰਚ ਆਪਰੇਸ਼ਨ ਕੱਲ ਸ਼ਾਮ ਨੂੰ ਲੈ ਕੇ 8:30 ਪੌਣੇ 9 ਵਜੇ ਤੋਂ ਲੈ ਕੇ ਹੁਣ ਤੱਕ ਦੀ ਅਸੀਂ ਗੱਲ ਕਰੀਏ, ਲਗਾਤਾਰ ਆਪਰੇਸ਼ਨ ਜਿਹੜਾ ਹੈ ਉਹ ਚੱਲ ਰਿਹਾ ਹੈ, ਲਗਾਤਾਰ ਸਰਚ ਆਪਰੇਸ਼ਨ ਚੱਲ ਰਿਹਾ ਹੈ, ਲਗਾਤਾਰ ਪੈਰਾਮਿਲਟਰੀ ਫੋਰਸ ਜਿਹੜੀ ਹੈ ਉਹ ਕੰਮ ਕਰ ਰਹੀ ਹੈ। ਲੇਕਿਨ ਹਜੇ ਤੱਕ ਜ਼ਿਕਰ ਕਰ ਰਹੇ ਹਾਂ ਕਿ ਇੱਕ ਇਨਪੁਟ ਸੀ ਪੁਲਿਸ ਦੇ ਕੋਲ ਤੇ ਉਸ ਤੋਂ ਬਾਅਦ ਇਸ ਗੱਡੀ ਦਾ ਪਿੱਛਾ ਕੀਤਾ ਗਿਆ, ਇਸ ਗੱਡੀ ਦਾ ਪਤਾ ਲੱਗਿਆ, ਲੇਕਿਨ ਹੁਣੇ ਪਤਾ ਲੱਗ ਰਿਹਾ ਕਿ ਗੱਡੀ ਦੀ ਨੰਬਰ ਪਲੇਟ ਜਾਲੀ ਹੈ। ਲੇਕਿਨ ਜੋ ਅਸੀਂ ਜ਼ਿਕਰ ਕਰ ਰਹੇ ਹਾਂ, ਜੋ ਅਸੀਂ ਤਸਵੀਰ ਟੀਵੀ ਸਕਰੀਨ ਤੇ ਵਿਖਾ ਰਹੇ ਹਾਂ, ਜੋ ਪਿਛਲਾ ਸ਼ੀਸ਼ਾ ਹੈ ਇਨੋਵਾ ਦਾ, ਉਸ ਦੇ ਉੱਤੇ ਕੁਝ ਨਾਮ ਲਿਖੇ ਹੋਏ ਨੇ, ਉਸ ਦੇ ਉੱਤੇ ਇੱਕ ਗੁਰੂ ਘਰ ਦਾ ਨਾਮ ਲਿਖਿਆ ਹੋਇਆ, ਉਸ ਦੇ ਉੱਤੇ ਕਾਰ ਸੇਵਾ ਲਿਖਿਆ ਹੋਇਆ। ਤਾਂ ਕੀ ਇਹ ਉਸ ਗੁਰੂ ਘਰ ਦੀ ਗੱਡੀ ਹੈ? ਇਸ ਨੂੰ ਲੈ ਕੇ ਜਾਂਚ ਹੋ ਰਹੀ ਹੈ, ਇਸ ਨੂੰ ਲੈ ਕੇ ਕੋਈ ਜਾਣਕਾਰੀ ਮਿਲ ਪਾਈ ਹੈ? ਬਿਲਕੁਲ ਅਰਸ਼ਦੀਪ, ਇਹ ਜਿਹੜੀ ਗੱਡੀ ਹੈ ਰਾਤ ਨੂੰ ਹੀ ਜਲੰਧਰ ਜਿਹੜੀ ਹੈ ਪੁਲਿਸ ਆਪਣੇ ਕਬਜ਼ੇ 'ਚ ਲੈ ਕੇ ਜਲੰਧਰ ਲੈ ਗਈ ਸੀ, ਕਿਉਂਕਿ ਹੁਣ ਗੱਡੀ ਬਹੁਤ ਕੁਝ ਬੋਲਦੀ ਹੈ, ਕਿਉਂਕਿ ਗੱਡੀ ਕਿੱਥੋਂ ਆਈ, ਕਿਹਦੇ ਨਾਂ ਤੇ ਗੱਡੀ ਸੀ, ਇਹਦਾ ਜਿਹੜਾ ਮਾਲਿਕ ਹੈ ਉਹ ਕੌਣ ਹੈ, ਇਹ ਬਹੁਤ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਜੁੜ ਗਈ ਹੈ। ਕਿਉਂਕਿ ਗੱਡੀ 'ਚ ਉਹ ਫਰਾਰ ਹੋਏ, ਗੱਡੀ ਦੀ ਇਨਪੁਟ ਕਾਊਂਟਰ ਇੰਟੈਲੀਜੈਂਸ ਨੂੰ ਸੀ ਕਿ ਫਗਵਾੜਾ ਸਾਈਡ ਤੋਂ ਹੁਸ਼ਿਆਰਪੁਰ ਆ ਰਹੀ ਹੈ, ਇਹ ਫਗਵਾੜਾ
ਪਹਿਲਾਂ ਆਗੇ ਕਿੱਥੋਂ ਆ ਰਹੀ ਹੈ, ਹੁਣ ਇਹਦੇ ਵੀ ਚੈੱਕ ਕੀਤਾ ਜਾ ਰਿਹਾ ਹੈ। ਹੁਣ ਲਗਾਤਾਰ ਸਾਈਬਰ ਸੈੱਲ ਵੀ ਦੇ ਵਿੱਚ ਕੰਮ ਕਰ ਰਿਹਾ ਤੇ ਪੰਜਾਬ ਪੁਲਿਸ ਦੇ ਜਿਹੜੇ ਲੋਕਲ ਪੁਲਿਸ ਸਟੇਸ਼ਨ ਹੈ ਜਾਂ ਹੋਰ ਉੱਥੇ ਦੀ ਜਿਹੜੀ ਫਗਵਾੜਾ ਦੀ ਹੁਸ਼ਿਆਰ ਪੁਲਿਸ ਹੈ ਉਹ ਵੀ ਇੱਥੇ ਲੱਗ ਚੁੱਕੀ ਹੈ ਕਿ ਆਖਿਰ ਇਹ ਗੱਡੀ ਕਿਹਦੀ ਸੀ ਤੇ ਇਹ ਕਿਹਦੇ ਨਾਂ ਤੇ ਹੈਗੀ ਹੈ। ਹਾਲਾਂਕਿ ਨੰਬਰ ਤਾਂ ਹਜੇ ਰਜਿਸਟ੍ਰੇਸ਼ਨ ਨਾਟ ਫਾਊਂਡ ਆ ਰਿਹਾ, ਲੇਕਿਨ ਦੂਜੇ ਪਾਸੇ ਜਿਹੜੇ ਨੰਬਰ ਪਿੱਛੇ ਨਾਂ ਲਿਖੇ ਹੋਏ ਨੇ, ਕਾਰ ਸੇਵਾ ਲਿਖਿਆ ਹੋਇਆ, ਹੋਰ ਨਾਂ ਲਿਖੇ ਹੋਏ ਹੈ, ਇਹਦੇ ਵਿੱਚ ਹੁਣ ਇਨਵੈਸਟੀਗੇਸ਼ਨ ਸ਼ੁਰੂ ਹੋ ਚੁੱਕੀ ਹੈ ਕਿ ਇਹ ਗੱਡੀ ਕਿਹੜੇ ਗੁਰਦੁਆਰੇ ਸਾਹਿਬ ਦੀ ਹੈਗੀ ਹੈ ਜਾਂ ਫਿਰ ਕਿਸੇ ਕਾਰ ਸੇਵਾ ਦੀ ਹੈਗੀ ਜਾਂ ਫਿਰ ਕਿਸੇ ਸੰਸਥਾ ਦੀ ਹੈਗੀ ਹੈ, ਗੱਡੀ ਕਿਹਦੀ ਹੈ, ਪਹਿਲੀ ਗੱਲ। ਦੂਜੀ ਗੱਲ, ਜੇਕਰ ਇਹ ਗੱਡੀ 'ਚ ਕੌਣ ਸੀਗਾ, ਇਹ ਬੜਾ ਸਵਾਲ ਹੈ ਕਿ ਆਖਿਰ ਇਹਦੀ ਗੱਡੀ 'ਚ ਅੰਮ੍ਰਿਤਪਾਲ ਸੀਗਾ, ਕਿਉਂਕਿ ਸਰੈਂਡਰ ਕਰਨ ਦੀ ਜਿਹੜੀ ਗੱਲ ਹੈ ਉਹ ਲਗਾਤਾਰ ਸਾਹਮਣੇ ਆ ਰਹੀ ਹੈ। ਸਰੈਂਡਰ ਕਰਨ ਦੀ ਜਿਹੜੀ ਗੱਲ ਹੈ ਉਹ ਲਗਾਤਾਰ ਸਾਹਮਣੇ ਆ ਰਹੀ ਹੈ ਕਿ ਸਰੈਂਡਰ ਉਹ ਕਰ ਸਕਦਾ ਸੀ, ਇਸ ਕਰਕੇ ਉਹ ਪੰਜਾਬ ਜਿਹੜਾ ਹੈ ਉਹ ਵਾਪਸ ਮੁੜਿਆ ਹੈ। ਪੰਜਾਬ ਇਸ ਕਰਕੇ ਵਾਪਸ ਮੁੜਿਆ ਹੈ ਕਿ ਉਹਨੇ ਸਰੈਂਡਰ ਕਰਨਾ ਸੀਗਾ ਜਾਂ ਫਿਰ ਕਿਸ ਤਰ੍ਹਾਂ ਦੀ ਅੱਗੇ ਉਹਦੀ ਰਣਨੀਤੀ ਹੈ। ਹਾਲਾਂਕਿ ਜਦੋਂ ਫੜਾ ਜਾਊਗਾ ਤਾਂ ਕਲੀਅਰ ਹੋਏਗਾ, ਲੇਕਿਨ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ, ਹਜੇ ਤੱਕ ਕੋਈ ਸਰੈਂਡਰ ਨਹੀਂ, ਹਜੇ ਤੱਕ ਕੋਈ ਕਾਬੂ ਜਿਹੜਾ ਹੈ ਉਹ ਇਸ ਮਾਮਲੇ 'ਚ ਨਹੀਂ ਹੋਇਆ। ਅਜਦੀਪ ਜੀ ਮਨੋਜ, ਇਹ ਵੀ ਸਮਝਣਾ ਚਾਹਾਂਗੇ ਕਿ ਕਈ ਪਿੰਡਾਂ ਦੇ ਵਿੱਚ ਤਲਾਸ਼ ਹੋ ਰਹੀ ਹੈ, ਕਈ ਪਿੰਡਾਂ 'ਚ ਛਾਪੇਮਾਰੀ ਹੋ ਰਹੀ ਹੈ। ਰਾਤ ਮਰਨਾਈਆਂ ਪਿੰਡ ਦੇ ਵਿੱਚ ਹਰ ਘਰ ਦੀ ਤਲਾਸ਼ੀ ਲਈ ਗਈ, ਆਸ-ਪਾਸ ਦੇ ਪਿੰਡਾਂ ਦੀ ਵੀ ਤਲਾਸ਼ੀ ਹੋ ਰਹੀ ਹੈ, ਤਾਂ ਕਿਸੇ ਤੋਂ ਕੋਈ ਪੁੱਛਗਿੱਛ ਹੋਈ ਹੈ, ਕੁਝ ਹੋਰ ਸਾਹਮਣੇ ਆਇਆ ਹੈ ਜਾਂ ਕਿਸੇ ਨੂੰ ਡਿਟੇਨ ਕੀਤਾ ਗਿਆ ਹੋਵੇ? ਦੇਖੋ ਅਜਦੀਪ, ਇਹਦੇ ਵਿੱਚ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਇਨਵੈਸਟੀਗੇਸ਼ਨ ਜਿਹੜੇ ਕਰ ਰਹੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ। ਹਾਲਾਂਕਿ ਅਧਿਕਾਰੀ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਰਦਾ ਨਹੀਂ ਨਜ਼ਰ ਆ ਰਿਹਾ, ਲੇਕਿਨ ਟੌਪ ਸੋਰਸਿਸ ਜਿਹੜੇ ਜਾਣਕਾਰੀ ਦੇ ਰਹੇ ਹਨ ਕਿ ਜਿੱਥੇ ਰਾਤ ਪਿੰਡ ਇਹ ਪੂਰੀ ਗੱਡੀ ਜਾਂ ਪੂਰਾ ਆਪਰੇਸ਼ਨ ਚੱਲਿਆ ਉਹਦੇ ਨੇੜੇ ਤੇੜੇ ਘੱਟ 10 ਤੋਂ ਵੀ ਜ਼ਿਆਦਾ ਜਿਹੜੇ ਪਿੰਡ ਨੇ, ਪੰਡੌਰੀ ਬੀਬੀ ਵੀ ਉੱਥੇ ਪਿੰਡ ਹੈ, ਉੱਥੇ ਪੂਰਾ ਹੁਣ ਘੇਰਾ ਪਾਇਆ ਹੋਇਆ, ਉੱਥੇ ਵੀ ਸਰਚ ਆਪਰੇਸ਼ਨ ਚੱਲ ਰਿਹਾ ਜਿਹੜੀ ਹੁਣ ਤੱਕ ਦੀ ਜਾਣਕਾਰੀ ਹੈ। ਉਹਦੇ ਨਾਲ ਇੱਕ ਹੋਰ ਪਿੰਡ ਹੈ, ਉੱਥੇ ਵੀ ਪੂਰਾ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ, ਉੱਥੇ ਵੀ ਸਾਰਾ ਪੈਰਾਮਿਲਟਰੀ ਫੋਰਸਿਸ ਜਿਹੜੀ ਲਾਈ ਗਈ ਹੈ, ਲੋਕਲ ਪੁਲਿਸ ਲਾਈ ਗਈ ਹੈ। 4-5 ਜ਼ਿਲ੍ਹਿਆਂ ਦੀ ਪੁਲਿਸ ਉੱਥੇ ਪਹੁੰਚੀ ਹੋਈ ਹੈ। ਰਾਤ ਨੂੰ ਵੀ 4-5 ਜ਼ਿਲ੍ਹੇ ਦੇ ਐਸਐਸਪੀ ਉੱਥੇ ਪਹੁੰਚੇ ਹੋਏ ਸੀ। ਹੁਣ ਇਹ ਵੀ ਖਬਰ ਹੈ ਕਿ ਏਡੀਜੀਪੀ ਲੈਵਲ ਦੇ ਜਿਹੜੇ ਆਫੀਸਰ ਹੈ ਉਹ ਵੀ ਉੱਥੇ ਪਹੁੰਚੇ ਹੋਏ ਨੇ, ਯਾਨੀ ਕਿ ਰਾਤ ਤੋਂ ਹੀ ਆਪਰੇਸ਼ਨ ਜਾਰੀ ਹੈ। ਹੁਣ ਉਸ ਪਿੰਡ ਦੇ ਨਾਲ ਹੋਰ ਵੀ ਜਿੰਨੇ ਵੀ ਪਿੰਡ ਹੈ ਨੇੜੇ ਤੇੜੇ ਦੇ 10-12 ਉੱਥੇ ਪੂਰਾ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ। ਹਾਲਾਂਕਿ ਇੱਕ ਘਰ ਦੀ ਚੈਕਿੰਗ ਕੀਤੀ ਗਈ ਹੈ, ਜਿਹੜੀ ਇਨਫੋਰਮੇਸ਼ਨ ਮਿਲ ਰਹੀ ਹੈ, ਤੇ ਲੋਕਾਂ ਨਾਲ ਵੀ ਪੁੱਛਗਿੱਛ ਹੋਈ ਹੈ ਕਿ ਬਾਹਰ ਦਾ ਕੋਈ ਜਿਹੜਾ ਹੈਗਾ ਜਿਹੜਾ ਕੋਈ ਸ਼ੱਕੀ ਬੰਦਾ ਤਾਂ ਨਹੀਂ ਤੁਸੀਂ ਵੇਖਿਆ, ਬਾਹਰ ਦਾ ਕੋਈ ਪਰਸਨ ਤੁਸੀਂ ਜਿਹੜਾ ਹੈਗਾ ਘਰ ਤਾਂ ਨਹੀਂ ਲੁਕੋਇਆ ਹੋਇਆ। ਉੱਥੇ ਬਕਾਇਦਾ ਅਨਾਉਂਸਮੈਂਟ ਵੀ ਲਗਾਤਾਰ ਕੀਤੀ ਜਾ ਰਹੀ ਹੈ ਤੇ ਸਰਚ ਆਪਰੇਸ਼ਨ ਵੀ ਲਗਾਤਾਰ ਜਾਰੀ ਹੈ, ਲੇਕਿਨ ਹਜੇ ਤੱਕ ਕੋਈ ਕਲੂ ਜਾਂ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਅਜਦੀਪ ਜੀ ਸ਼ੁਕਰੀਆ ਫਿਲਹਾਲ ਮਨੋਜ ਪੂਰੀ ਜਾਣਕਾਰੀ ਦੇ ਲਈ। ਨਾ ਕਿਸੇ ਨੂੰ ਅਜੇ ਤੱਕ ਡਿਟੇਨ ਕੀਤਾ ਗਿਆ ਹੈ, ਨਾ ਕੋਈ ਗ੍ਰਿਫਤਾਰੀ ਹੋਈ ਹੈ, ਲੇਕਿਨ 2 ਲੋਕ ਇਨੋਵਾ ਚੋਂ ਭੱਜੇ ਸੀ ਤੇ ਇਸ ਇਨੋਵਾ ਦਾ ਨੰਬਰ ਵੀ ਫਰਜ਼ੀ ਨਿਕਲਿਆ ਹੈ। ਹਾਲਾਂਕਿ ਕੁਝ ਚੀਜ਼ਾਂ ਲਿਖੀਆਂ ਹੋਈਆਂ ਨੇ, ਗੁਰਦੁਆਰੇ ਦਾ ਨਾਮ ਲਿਖਿਆ ਹੋਇਆ, ਕਾਰ ਸੇਵਾ ਲਿਖਿਆ ਹੋਇਆ ਹੈ, 2 ਲੋਕਾਂ ਦੇ ਨਾਮ ਲਿਖੇ ਹੋਏ ਨੇ ਕਾਰ ਦੇ ਉੱਤੇ ਤੇ ਕਿਸੇ ਗੁਰੂ ਘਰ ਦੇ ਨਾਲ ਸੰਬੰਧਿਤ ਗੱਡੀ ਇਹ ਲੱਗ ਰਹੀ ਹੈ ਜੋ ਚੀਜ਼ਾਂ ਪਿੱਛੇ ਲਿਖੀਆਂ ਹੋਈਆਂ ਨੇ, ਲੇਕਿਨ ਇਹ ਗੱਡੀ ਚੋਰੀ ਹੋਈ ਹੋ ਸਕਦੀ ਹੈ। ਇਸ ਨੂੰ ਲੈ ਕੇ ਵੀ ਜਾਂਚ ਹੋ ਰਹੀ ਹੈ ਕਿਉਂਕਿ ਨੰਬਰ ਪਲੇਟ फर्जी है, जाली नंबर प्लेट इस गड्डी ते लगी हुई सी। ਤਾਂ ਪੁਲਿਸ ਨੂੰ ਅੰਮ੍ਰਿਤਪਾਲ ਦੇ ਪੰਜਾਬ 'ਚ ਹੋਣ ਦੇ ਇਨਪੁਟ ਮਿਲੇ ਨੇ, ਜਿਸ ਤੋਂ ਬਾਅਦ ਅੱਧੀ ਰਾਤ ਤੋਂ ਹੀ ਹੁਸ਼ਿਆਰਪੁਰ ਦਾ ਪਿੰਡ ਮਰਨਾਈਆਂ ਸੀਲ ਕੀਤਾ ਹੋਇਆ। ਵੱਡੀ ਗਿਣਤੀ ਦੇ ਵਿੱਚ ਪੁਲਿਸ ਤੇ ਪੈਰਾਮਿਲਟਰੀ ਫੋਰਸ ਵੀ ਤੈਨਾਤ ਹੈ। ਇਨੋਵਾ ਛੱਡ ਕੇ ਫਰਾਰ ਹੋਏ ਦੋਵੇਂ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। 2 ਤਸਵੀਰਾਂ ਦਿਖਾ ਰਹੇ ਹਾਂ। ਹੁਸ਼ਿਆਰਪੁਰ ਦੇ ਵਿੱਚ ਸਰਚ ਆਪਰੇਸ਼ਨ ਲਗਾਤਾਰ ਜਾਰੀ ਹੈ। ਆਸ-ਪਾਸ ਦੇ ਪਿੰਡਾਂ ਦੇ ਵਿੱਚ ਵੀ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਅੰਮ੍ਰਿਤਪਾਲ ਆਖਰ ਕਿੱਥੇ ਹੈ? ਅੰਮ੍ਰਿਤਪਾਲ ਨੂੰ ਲੈ ਕੇ ਇੱਕ ਇਨਪੁਟ ਮਿਲਿਆ, ਇੱਕ ਇਨੋਵਾ ਦਾ ਪਤਾ ਲੱਗਿਆ, ਜਿਸ ਤੋਂ ਬਾਅਦ ਪੁਲਿਸ ਨੇ ਇਸ ਇਨੋਵਾ ਦਾ ਪਿੱਛਾ ਕੀਤਾ ਤੇ ਮਰਨਾਈਆਂ ਪਿੰਡ ਦੇ ਵਿੱਚ ਇਨੋਵਾ ਛੱਡ ਕੇ 2 ਲੋਕ ਫਰਾਰ ਹੋ ਗਏ। ਲੇਕਿਨ ਕੀ ਉਹਨਾਂ ਦੇ ਵਿੱਚ ਅੰਮ੍ਰਿਤਪਾਲ ਸੀ ਜਾਂ ਕੋਈ ਹੋਰ ਸੀ, ਇਸ ਨੂੰ ਲੈ ਕੇ ਅਜੇ ਤੱਕ ਸਥਿਤੀ ਸਪਸ਼ਟ ਨਹੀਂ ਹੋਈ। ਘਰ ਦੀ ਤਲਾਸ਼ੀ ਲਈ ਗਈ ਹੈ ਇਸ ਪੂਰੇ ਪਿੰਡ ਦੇ ਵਿੱਚ, ਅਜੇ ਵੀ ਪੂਰਾ ਪਿੰਡ ਸੀਲ ਕੀਤਾ ਗਿਆ ਹੈ। ਆਸ-ਪਾਸ ਦੇ ਪਿੰਡਾਂ ਦੇ ਵਿੱਚ ਵੀ ਤਲਾਸ਼ੀ ਲਈ ਜਾ ਰਹੀ ਹੈ। ਸੁਰਿੰਦਰ ਕੰਬੋਜ ਮੇਰੇ ਸਹਿਯੋਗੀ ਪਿੰਡ ਮਰਨਾਈਆਂ ਤੋਂ ਲਾਈਵ ਜੁੜੇ ਹੋਏ ਨੇ। ਅੰਮ੍ਰਿਤਸਰ ਤੋਂ ਮੇਰੇ ਸਹਿਯੋਗੀ ਰਾਜੀਵ ਵੀ ਜੁੜੇ ਹੋਏ ਨੇ। ਰਾਜੀਵ ਦਾ ਬਾਅਦ ਦੇ ਵਿੱਚ ਰੁਕ ਕਰਾਂਗੇ, ਪਹਿਲਾਂ ਹੁਸ਼ਿਆਰਪੁਰ ਦੀ ਤਸਵੀਰ ਦੇਖਦੇ ਹਾਂ। ਸੁਰਿੰਦਰ, ਇਸ ਵੇਲੇ ਦੀ ਸਥਿਤੀ ਕੀ ਹੈ ਪਿੰਡ ਮਰਨਾਈਆਂ ਦੇ ਵਿੱਚ? ਕੀ ਕੁਝ ਅਪਡੇਟ ਹੈ ਤੁਹਾਡੇ ਕੋਲ? ਬਿਲਕੁਲ ਅਰਸ਼ਦੀਪ, ਜਿੱਦਾਂ ਕਿ ਮੇਰੇ ਸਹਿਯੋਗੀ ਮਨੋਜ ਰਾਠੀ ਚੰਡੀਗੜ੍ਹ ਤੋਂ ਜੁੜੇ ਸੀਗੇ, ਉਹਨਾਂ ਨੇ ਦੱਸਿਆ ਕਿ ਜਿਹੜੀ ਇਨੋਵਾ ਗੱਡੀ ਜਿਹੜੀ ਰਾਤੀ ਮਿਲੀ ਹੈਗੀ ਹੈ ਪੁਲਿਸ ਨੂੰ, ਉਹਦਾ ਜਿਹੜਾ ਨੰਬਰ ਹੈਗਾ ਉਹ ਫਰਜ਼ੀ ਪਾਇਆ ਗਿਆ। ਔਰ ਦੂਸਰੀ ਗੱਲ, ਕਾਰ ਸੇਵਾ ਵੀ ਉਹਦੇ ਉੱਤੇ ਲਿਖਿਆ ਗਿਆ, ਜੋ ਸਹਿਯੋਗੀ ਦੱਸ ਰਹੇ ਸੀਗੇ। ਪਰ ਹੱਲੇ ਤੱਕ ਪੁਲਿਸ ਭਾਲ ਕਰ ਰਹੀ ਹੈ। ਜਿੰਨੇ ਵੀ ਇਸ ਇਲਾਕੇ ਦੇ ਵਿੱਚ ਗੁਰੂ ਘਰ ਹੈਗੇ ਨੇ ਜਾਂ ਡੇਰੇ ਹੈਗੇ ਨੇ, ਉਹਨਾਂ ਤੇ ਸਰਚ ਜ਼ਰੂਰ ਕੀਤੀ ਜਾ ਰਹੀ ਹੈ। ਮੈਂ ਇਸ ਵੇਲੇ ਤਸਵੀਰਾਂ ਦਿਖਾ ਦੇਵਾਂ। ਇਸ ਵੇਲੇ ਅਸੀਂ ਜਿਹੜਾ ਇਲਾਕਾ ਹੈਗਾ ਪਿੰਡਾਂ ਦੇ ਵਿੱਚ ਦੀ ਹੁੰਦੇ ਹੋਏ, ਜਿਹੜਾ ਬੜਲਾ
ਪਿੰਡ ਹੈਗਾ ਜਾਂ ਪੰਡੋਰੀ ਹੈਗਾ ਜਾਂ ਹੋਰ ਜਿਹੜੇ ਆਸ-ਪਾਸ ਦੇ ਪਿੰਡ ਹੈਗੇ ਸਾਰਿਆਂ ਪਾਸੇ ਘੁੰਮਦੇ ਆਏ ਆ। ਪੁਲਿਸ ਦੇ ਮਗਰ ਅਸੀਂ ਗਏ ਸੀਗੇ ਔਰ ਚੈੱਕ ਵੀ ਕੀਤਾ ਸੀਗਾ। ਪੁਲਿਸ ਜਿੰਨੇ ਵੀ ਗੁਰੂ ਘਰ ਹੈਗੇ, ਕਿਉਂਕਿ ਲਗਾਤਾਰ ਜਿੰਨੀਆਂ ਵੀ ਅਸੀਂ ਫੁਟੇਜ ਦੇਖੀ ਜਾਂ ਜਿੰਨਾ ਵੀ ਪਿਛਲਾ 18 ਤਰੀਕ ਤੋਂ ਲੈ ਕੇ ਹੁਣ ਤੱਕ ਅਸੀਂ ਚੈੱਕ ਕੀਤਾ ਹੈਗਾ, ਤਕਰੀਬਨ ਜਿਹੜੀ ਇਨਪੁਟ ਮਿਲੀ ਸੀ ਪੁਲਿਸ ਨੂੰ ਵੀ ਮਨਪ੍ਰੀਤ ਔਰ ਪਪਲਪ੍ਰੀਤ ਜਿਹੜਾ ਹੈਗਾ ਉਹਨਾਂ ਦੀ ਇਨਪੁਟ ਮਿਲੀ ਸੀ ਕਿ ਦੁਬਾਰਾ ਪੰਜਾਬ ਵਿੱਚ ਵਾਪਸ ਆਉਣ ਦੀ। ਹਾਲਾਂਕਿ ਸੀਸੀਟੀਵੀ ਦੇ ਵਿੱਚ ਸ਼ਾਹਬਾਦ ਦੀਆਂ ਤਸਵੀਰਾਂ ਵੀ ਆਈਆਂ, ਪਟਿਆਲੇ ਦੀਆਂ ਤਸਵੀਰਾਂ ਵੀ ਆਈਆਂ ਔਰ ਦਿੱਲੀ ਦੀਆਂ ਤਸਵੀਰਾਂ ਵੀ ਅਸੀਂ ਦੇਖੀਆਂ ਹੈਗੀਆਂ ਔਰ ਇਨਪੁਟ ਤੋਂ ਬਾਅਦ ਪੁਲਿਸ ਅਲਰਟ ਹੁੰਦੀ ਆ। ਅਲਰਟ ਹੋਣ ਤੋਂ ਬਾਅਦ ਪੁਲਿਸ ਹੁਣ ਹੁਸ਼ਿਆਰਪੁਰ ਦੇ ਜਿੰਨੇ ਵੀ ਆਸ-ਪਾਸ ਦੇ ਇਲਾਕੇ ਹੈ, ਕਿਉਂਕਿ ਮਲਾਈਆਂ ਪਿੰਡ ਦੇ ਵਿੱਚ ਲਾਸਟ ਲੋਕੇਸ਼ਨ ਜਿਹੜੀ ਇਨੋਵਾ ਦੀ ਪਾਈ ਗਈ ਸੀ, ਉਹ ਗੁਰੂ ਘਰ ਛੱਡ ਕੇ ਦੋ ਸ਼ਖਸ ਜਿਹੜੇ ਨਿਹੰਗੀ ਬਾਣੇ ਦੇ ਵਿੱਚ ਸੀਗੇ ਉੱਥੋਂ ਫਰਾਰ ਹੋ ਜਾਂਦੇ ਨੇ। ਉਹਨਾਂ ਦੀ ਭਾਲ ਕੀਤੀ ਜਾ ਰਹੀ ਆ। ਜਿਹੜਾ ਵੀ ਉਸ ਇਲਾਕੇ ਦਾ ਜਿੱਥੇ ਉਹ ਗੱਡੀ ਫੜੀ ਗਈ ਹੈ, ਜਿੱਥੇ ਗੱਡੀ ਨੂੰ ਆਪਣੀ ਹਿਰਾਸਤ 'ਚ ਲਿਆ ਪੁਲਿਸ ਨੇ, ਉਹਦੇ ਆਸ-ਪਾਸ ਦਾ ਜਿੰਨਾ ਵੀ ਇਲਾਕਾ ਹੈਗਾ ਉਸ ਇਲਾਕੇ ਦੇ ਵਿੱਚ ਐਸਐਸਬੀ ਫੋਰਸ ਔਰ ਪੰਜਾਬ ਪੁਲਿਸ ਦੇ ਜਿੰਨੇ ਵੀ ਜਵਾਨ ਹੈਗੇ ਨੇ ਹੁਸ਼ਿਆਰਪੁਰ ਦੀ ਜਾਂ ਹੋਰ ਜ਼ਿਲ੍ਹਿਆਂ ਤੋਂ ਵੀ ਜਿਹੜੀ ਫੋਰਸ ਲੱਗੀ ਹੋਈ ਹੈ ਇਸ ਕੰਮ ਦੇ ਵਿੱਚ, ਉਹ ਤਕਰੀਬਨ ਉਸ ਇਲਾਕੇ ਦੇ ਜਿੰਨੇ ਵੀ ਆਸ-ਪਾਸ ਦੇ ਗੁਰੂ ਘਰ ਹੈਗੇ, ਡੇਰੇ ਹੈਗੇ, ਉਹਨਾਂ ਦੀ ਭਾਲ ਕਰ ਰਹੀ ਹੈ। ਪਰ ਹਜੇ ਤੱਕ ਜਿਹੜੇ ਦੋ ਉਹਦੇ ਗੱਡੀ ਵਿੱਚੋਂ ਫਰਾਰ ਹੋਏ ਸੀਗੇ ਉਹ ਉਹਨਾਂ ਤੋਂ ਗ੍ਰਿਫਤ ਤੋਂ ਦੂਰ ਹੈ। ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਲੋਕ ਉੱਥੇ ਬੱਚੇ ਖੇਡ ਰਹੇ ਸੀ ਕੱਲ ਦੇਰ ਸ਼ਾਮ ਦੇ ਵਿੱਚ, ਉਹਨਾਂ ਵੱਲੋਂ ਦੱਸਿਆ ਗਿਆ, ਜਿਹੜੇ ਸਾਡੇ ਇੱਥੇ ਸਹਿਯੋਗੀ ਹੈਗੇ ਅਮਰੀਕ, ਉਹਨਾਂ ਨੇ ਗੱਲਬਾਤ ਕੀਤੀ ਸੀ। ਉਹ ਦੱਸਿਆ ਵੀ ਦੋ ਨਿਹੰਗੀ ਬਾਣੇ ਦੇ ਵਿੱਚ ਨੌਜਵਾਨ ਸੀਗੇ ਜਿਹੜੇ ਕੰਧ ਟੱਪ ਕੇ ਖੇਤਾਂ ਵੱਲ ਫਰਾਰ ਹੋ ਜਾਂਦੇ ਨੇ, ਪਰ ਹਜੇ ਤੱਕ ਪੁਲਿਸ ਦੇ ਹੱਥ ਖਾਲੀ ਹੈ। ਔਰ ਦੂਸਰਾ ਸਵਾਲ ਇੱਕ ਜਿਹੜਾ ਅਸੀਂ ਕਾਫੀ ਸਮੇਂ ਤੋਂ ਦੁਹਰਾਉਂਦੇ ਆ ਰਹੇ ਹਾਂ, ਆਖਿਰਕਾਰ ਅੰਮ੍ਰਿਤਪਾਲ ਹੈ ਕਿੱਥੇ, ਉਹ ਵੀ ਸਵਾਲ ਉਦਾਂ ਦਾ ਉਦਾਂ ਹੀ ਖੜਾ ਹੈਗਾ। ਔਰ ਪੁਲਿਸ ਹਜੇ ਤੱਕ ਜਿਹੜੀ ਇਸ ਇਲਾਕੇ ਦੇ ਜਿੰਨੇ ਵੀ ਇਲਾਕਾ ਹੈਗਾ ਜਾਂ ਗੁਰੂ ਘਰ ਹੈਗੇ, ਡੇਰੇ ਹੈਗੇ, ਹੋਰ ਜਿੱਥੇ ਉਹਨਾਂ ਨੂੰ ਸ਼ੱਕ ਪੈਂਦਾ ਹੈਗਾ ਜਿਸ ਇਲਾਕੇ ਦੇ ਵਿੱਚ, ਉੱਥੇ ਸਰਚ ਅਭਿਆਨ ਜ਼ਰੂਰ ਚੱਲ ਰਿਹਾ ਹੈਗਾ। ਜੀ ਜੀ ਤਾਂ ਸਰਚ ਆਪਰੇਸ਼ਨ ਅਜੇ ਵੀ ਜਾਰੀ ਹੈ, ਲੇਕਿਨ ਅਜੇ ਤੱਕ ਪੁਲਿਸ ਦੇ ਹੱਥ ਖਾਲੀ ਨੇ। ਕੌਣ ਉਹ ਨੌਜਵਾਨ ਸੀ ਜੋ ਫਰਾਰ ਹੋਏ ਨੇ, ਇਹ ਵੱਡਾ ਸਵਾਲ ਇਸ ਵੇਲੇ ਬਣਿਆ ਹੋਇਆ ਹੈ। ਸੁਰਿੰਦਰ ਜੁੜੇ ਰਹਿਣਾ। ਅੰਮ੍ਰਿਤਸਰ ਤੋਂ ਮੇਰੇ ਸਹਿਯੋਗੀ ਰਾਜੀਵ ਜੁੜੇ ਹੋਏ ਨੇ। ਅੰਮ੍ਰਿਤਸਰ ਦੇ ਵਿੱਚ ਵੀ ਸੁਰੱਖਿਆ ਵਧਾਈ ਗਈ ਹੈ, ਖਾਸ ਕਰਕੇ ਦਰਬਾਰ ਸਾਹਿਬ ਦੇ ਨੇੜੇ ਇਸ ਤਰੀਕੇ ਦੀਆਂ ਖਬਰਾਂ ਮਿਲ ਰਹੀਆਂ ਨੇ। ਰਾਜੀਵ, ਕੀ ਕੁਝ ਤੁਹਾਡੇ ਕੋਲ ਪੂਰੀ ਅਪਡੇਟ? ਅਜੀ ਦੇਖੋ ਅਰਸ਼ਦੀਪ, ਦੋ ਤਿੰਨ ਸਭ ਤੋਂ ਪਹਿਲਾਂ ਅਹਿਮ ਚੀਜ਼ਾਂ ਨੇ ਜਿਹਦੇ ਉੱਪਰ ਧਿਆਨ ਦੇਣ ਦੀ ਵੀ ਲੋੜ ਹੈ, ਕਿਉਂਕਿ ਅਫਵਾਹਾਂ ਬਹੁਤ ਜ਼ਿਆਦਾ ਜਿਹੜੀਆਂ ਸੁਣਨ ਨੂੰ ਮਿਲਦੀਆਂ ਨੇ। ਪਰ ਅਧਿਕਾਰਕ ਤੌਰ ਤੇ ਜੇਕਰ ਇਸ ਥਾਂ ਦੀ ਮੈਂ ਗੱਲ ਕਰਾਂ ਤਾਂ ਇੱਥੇ ਪੁਲਿਸ ਦੀ ਹਲਚਲ ਜ਼ਰੂਰ ਪਹਿਲਾਂ ਨਾਲੋਂ ਵਧੀ ਹੈ, ਪਰ ਦੂਸਰੇ ਪਾਸੇ ਜਦੋਂ ਤੋਂ ਅੰਮ੍ਰਿਤਸਰ ਦੇ ਵਿੱਚ G20 ਸੰਮੇਲਨ ਸੀ ਉਦੋਂ ਤੋਂ ਪੈਰਾਮਿਲਟਰੀ ਫੋਰਸਸ ਵੀ ਇੱਥੇ ਤੈਨਾਤ ਨੇ। ਤਾਂ ਜੇਕਰ ਅਸੀਂ 27 ਮਾਰਚ ਦੀ ਗੱਲ ਕਰੀਏ, ਨਾਲ ਮੈਂ ਤਸਵੀਰਾਂ ਵੀ ਦਿਖਾ ਦਿਆਂ ਕਿ ਜ਼ਿਆਦਾਤਰ ਜਿਹੜੀਆਂ ਗੱਡੀਆਂ ਇੱਥੇ ਨਜ਼ਰ ਆ ਰਹੀਆਂ ਨੇ ਪੰਜਾਬ ਪੁਲਿਸ ਦੀਆਂ, ਉਹ ਟ੍ਰੈਫਿਕ ਪੁਲਿਸ ਦੇ ਨਾਲ ਜੁੜੀਆਂ ਹੋਈਆਂ ਨੇ। ਤਾਂ ਦਰਬਾਰ ਸਾਹਿਬ ਨੂੰ ਆਉਣ ਵਾਲੇ ਜਿੰਨੇ ਵੀ ਰਸਤੇ ਨੇ ਉੱਥੇ ਬਕਾਇਦਾ ਤੌਰ ਤੇ ਬੈਰੀਕੇਡਿੰਗ ਕੀਤੀ ਜਾ ਰਹੀ ਹੈ ਔਰ ਜਿੰਨੇ ਵੀ ਵਾਹਨ ਗਲਤ ਢੰਗ ਦੇ ਨਾਲ ਖੜੇ ਕੀਤੇ ਨੇ ਉਹਨਾਂ ਨੂੰ ਉੱਥੋਂ ਹਟਾਇਆ ਜਾ ਰਿਹਾ, ਯਾਨੀ ਕਿ ਰਸਤੇ ਜਿਹੜੇ ਨੇ ਉਹ ਸਾਫ਼ ਕਰਵਾਏ ਜਾ ਰਹੇ ਨੇ। ਅਮੂਮਨ ਜੇਕਰ ਅਸੀਂ ਦੇਖੀਏ ਦਰਬਾਰ ਸਾਹਿਬ ਨੂੰ ਜਿਹੜੇ ਆਉਣ ਵਾਲੇ ਰਸਤੇ ਨੇ ਤਾਂ ਉੱਥੇ ਕਾਫੀ ਭੀੜ ਭਾੜ ਨਜ਼ਰ ਆਉਂਦੀ ਹੈ, ਪਰ ਬਿਲਕੁਲ ਦਰਬਾਰ ਸਾਹਿਬ ਦੇ ਸਾਹਮਣੇ ਦਾ ਜਿਹੜਾ ਰਸਤਾ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਕਿ ਕਿਸੇ ਤਰ੍ਹਾਂ ਦਾ ਕੋਈ ਵਾਹਨ ਉੱਥੇ ਨਜ਼ਰ ਨਹੀਂ ਆ ਰਿਹਾ। ਤਾਂ ਇਹ ਉਹ ਰਸਤਾ ਜਿਹੜਾ ਸਿੱਧਾ ਅਕਾਲ ਤਖਤ ਸਾਹਿਬ ਵਾਲੇ ਪਾਸੇ ਜਾਂਦਾ। ਤਾਂ ਇੱਥੇ ਇਹ ਵੀ ਸਮਝਣ ਦੀ ਲੋੜ ਹੈ ਕਿ 27 ਮਾਰਚ ਨੂੰ ਜਿਹੜੀ ਮੀਟਿੰਗ ਅਕਾਲ ਤਖਤ ਸਾਹਿਬ ਤੇ ਬੁਲਾਈ ਗਈ ਸੀ ਉਸ ਦੇ ਵਿੱਚ 2 ਦਿਨ ਦਾ 24 ਘੰਟੇ ਦਾ ਜਿਹੜਾ ਅਲਟੀਮੇਟਮ ਹੈ ਉਹ ਦਿੱਤਾ ਗਿਆ ਸੀ। ਤਾਂ ਉਸ ਨੂੰ ਦੇਖਦਿਆਂ ਹੋਇਆਂ ਪੁਲਿਸ ਕਿਤੇ ਨਾ ਕਿਤੇ ਇਸ ਕਰਕੇ ਵੀ ਅਲਰਟ ਹੈ ਕਿ ਜੇਕਰ 24 ਘੰਟੇ ਦਾ ਜਿਹੜਾ ਸਮਾਂ ਬੀਤਣ ਤੋਂ ਬਾਅਦ ਕੋਈ ਜਥੇਬੰਦੀਆਂ ਦਾ ਇੱਥੇ ਇਕੱਠ ਜੋ ਹੈ ਉਹ ਇੱਕਦਮ ਨਾ ਦੇਖਣ ਨੂੰ ਮਿਲੇ। ਹਾਲਾਂਕਿ ਅਧਿਕਾਰਕ ਤੌਰ ਤੇ ਜਿਹੜੇ ਡੀਸੀਪੀ ਨੇ ਅੰਮ੍ਰਿਤਸਰ ਦੇ, ਉਹਨਾਂ ਦਾ ਇਹ ਕਹਿਣਾ ਕਿ ਅਸੀਂ ਟ੍ਰੈਫਿਕ ਵਿਵਸਥਾ ਤੇ ਜਿਹੜੇ ਨਾਜਾਇਜ਼ ਕਬਜ਼ੇ ਨੇ, ਐਨਕਰੋਚਮੈਂਟ ਹੈ, ਉਸ ਨੂੰ ਹਟਾਉਣ ਦੇ ਲਈ ਜਿਹੜੀ ਖਾਸ ਮੁਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਇਹ ਸਭ ਕੁਝ ਕਰਵਾਇਆ ਗਿਆ। ਤਾਂ ਹੁਣ ਤੁਸੀਂ ਦੇਖ ਸਕਦੇ ਹੋ ਹਰਿਮੰਦਰ ਸਾਹਿਬ ਵਾਲੇ ਪਾਸੇ ਦੀ ਤਸਵੀਰ। ਤਾਂ ਟ੍ਰੈਫਿਕ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਉਹ ਤੁਸੀਂ ਦੇਖ ਸਕਦੇ ਕਿ ਥਾਂ ਥਾਂ ਤੇ ਤੈਨਾਤ ਕੀਤੇ ਗਏ ਨੇ ਔਰ ਇਹੀ ਜਿਹੜੇ ਹਾਲਾਤ ਨੇ ਉਹ ਦਰਬਾਰ ਸਾਹਿਬ ਦੇ ਜਿੰਨੇ ਵੀ ਇਸ ਪਾਸੇ ਆਉਣ ਵਾਲੇ ਰਸਤੇ ਨੇ ਉੱਥੇ ਇਸ ਤਰੀਕੇ ਦੀ ਹੀ ਤਸਵੀਰ ਨਜ਼ਰ ਆ ਰਹੀ ਹੈ। ਤਾਂ ਹਲਚਲ ਜ਼ਰੂਰ ਹੈ, ਪਰ ਜਿੱਥੋਂ ਤੱਕ ਇਹ ਗੱਲ ਕਹੀ ਜਾ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਜੋ ਹੈ ਸਰੈਂਡਰ ਕਰ ਸਕਦਾ, ਕਿਉਂਕਿ ਉਸ ਦਿਨ ਇਹ ਗੱਲ ਕਹੀ ਗਈ ਸੀ, ਮੰਗ ਉੱਠੀ ਸੀ ਕਿ ਜੇਕਰ ਅੰਮ੍ਰਿਤਪਾਲ ਸਿੰਘ ਚਾਹੇ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਥਰੂ ਉਹ ਆਤਮ ਸਮਰਪਣ ਕਰ ਸਕਦਾ। ਹੋਰ ਵੀ ਗੱਡੀਆਂ ਨੇ ਇੱਥੇ ਪੁਲਿਸ ਅਧਿਕਾਰੀਆਂ ਦੀਆਂ। ਤਾਂ ਲਗਾਤਾਰ ਜਿਹੜੀ ਹਲਚਲ ਹੈ ਉਹ ਜ਼ਰੂਰ ਵਧੀ ਤਾਂ ਹੋਈ ਹੈ, ਪਰ ਇਸ ਨੂੰ ਲੈ ਕੇ ਅਸੀਂ ਸਾਫ਼ ਤੌਰ ਤੇ ਇਹ ਨਹੀਂ ਕਹਿ ਸਕਦੇ ਕਿ ਸਿਰਫ ਤੇ ਸਿਰਫ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਆਤਮ ਸਮਰਪਣ ਹੈ ਉਸ ਕਰਕੇ ਹੀ ਸੁਰੱਖਿਆ ਵਧਾਈ ਗਈ ਹੈ। ਦੂਸਰੇ ਪਾਸੇ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ, ਉਹ ਵੀ ਅੱਜ ਇੱਥੇ ਮੌਜੂਦ ਨਹੀਂ ਹਨ। ਜਾਣਕਾਰੀ ਮਿਲ ਰਹੀ ਹੈ ਕਿ ਉਹ ਦਮਦਮਾ ਸਾਹਿਬ ਦੇ ਵਿੱਚ ਮੌਜੂਦ ਨੇ। ਤਾਂ ਇਹ ਵੀ ਅਫਵਾਹਾਂ ਜੋ ਨੇ ਕਿ ਉਹ ਦਮਦਮਾ ਸਾਹਿਬ ਜਾ ਕੇ ਵੀ ਅੰਮ੍ਰਿਤਪਾਲ ਸਿੰਘ ਆਤਮ ਸਮਰਪਣ ਕਰ ਸਕਦਾ। ਤਾਂ ਇਸ ਤਰੀਕੇ ਦੀ ਹਲਚਲ ਇਸ ਵੇਲੇ ਹਰਿਮੰਦਰ ਸਾਹਿਬ ਦੇ ਠੀਕ ਬਾਹਰ ਨਜ਼ਰ ਆ ਰਹੀ ਹੈ। ਪਰ ਜਿੱਥੋਂ ਤੱਕ ਟ੍ਰੈਫਿਕ ਵਿਵਸਥਾ ਦਾ ਸਵਾਲ ਹੈ ਤਾਂ ਬਹੁਤ ਜ਼ਿਆਦਾ ਜਿਹੜੀ
ਜਾਂਦੀ ਹੈ। ਜਿਹੜੀਆਂ ਥਾਵਾਂ ਤੇ ਭੀੜ ਨਜ਼ਰ ਆਉਂਦੀ ਸੀ ਉਹਨਾਂ ਥਾਵਾਂ ਤੇ ਅੱਜ ਬਿਲਕੁਲ ਸੁਨਸਾਨ ਨਜ਼ਰ ਆ ਰਹੀ ਹੈ। ਸੜਕਾਂ ਜਿਹੜੀਆਂ ਨੇ ਬਿਲਕੁਲ ਅਸੀਂ ਕਹਿ ਸਕਦੇ ਹਾਂ ਕਿ ਉੱਥੇ ਕੋਈ ਵੀ ਵਾਹਨ ਕਿਸੇ ਵੀ ਦੁਕਾਨਦਾਰ ਵੱਲੋਂ ਜੇਕਰ ਕੋਈ ਨਜਾਇਜ਼ ਕਬਜ਼ਾ ਤਾਂ ਉਹ ਵੀ ਹਟਾਇਆ ਗਿਆ। ਤਾਂ ਪੁਲਿਸ ਇਹ ਦਾਅਵਾ ਕਰ ਰਹੀ ਹੈ ਕਿ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਦੇ ਲਈ ਸਾਰੇ ਪ੍ਰਬੰਧ ਕੀਤੇ ਗਏ ਨੇ, ਪਰ ਕਿਤੇ ਨਾ ਕਿਤੇ ਅਸੀਂ ਇਹ ਵੀ ਕਹਿਣ ਤੋਂ ਗੁਰੇਜ਼ ਨਹੀਂ ਕਰ ਸਕਦੇ ਕਿ ਜਿਸ ਤਰ੍ਹਾਂ ਦੀਆਂ ਜਾਣਕਾਰੀਆਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਥਰੂ ਜੋ ਹੈ ਆਤਮ ਸਮਰਪਣ ਕੀਤਾ ਜਾ ਸਕਦਾ, ਤਾਂ ਕਿਤੇ ਨਾ ਕਿਤੇ ਪੁਲਿਸ ਵੀ ਹਰ ਸਮੇਂ ਅਸੀਂ ਜੇਕਰ ਮੀਡੀਆ ਤੱਕ ਇਹ ਜਾਣਕਾਰੀ ਪਹੁੰਚੀ ਹੈ ਤਾਂ ਪੁਲਿਸ ਵੀ ਜੋ ਹੈ ਪੁਲਿਸ ਦੀ ਜਿਹੜੀ ਇੰਟੈਲੀਜੈਂਸ ਵਿੰਗ ਹੈ ਉਸ ਦੀ ਜਾਣਕਾਰੀ ਮੁਤਾਬਕ ਜੋ ਇਨਪੁਟ ਪੁਲਿਸ ਦੇ ਕੋਲ ਪਹੁੰਚੀ ਹੈ ਤਾਂ ਉਸ ਹਿਸਾਬ ਦੇ ਨਾਲ ਪੁਲਿਸ ਹਮੇਸ਼ਾ ਜਿਹੜਾ ਪਲਾਨ A ਤੇ ਪਲਾਨ B ਰੱਖ ਕੇ ਚੱਲਦੀ ਹੈ ਕਿ ਜੇਕਰ ਇੱਕਦਮ ਅਜਿਹੀ ਕੋਈ ਸਿਚੁਏਸ਼ਨ ਬਣਦੀ। ਹਾਲਾਂਕਿ ਤੁਸੀਂ ਜਿਹੜੀ ਇੱਕ ਹੋਰ ਤਸਵੀਰ ਦਿਖਾਉਣੀ ਬਹੁਤ ਜ਼ਰੂਰੀ ਹੈ ਕਿ ਸੰਗਤ ਤੁਸੀਂ ਦੇਖ ਸਕਦੇ ਹੋ ਕਿ ਆਮ ਦਿਨਾਂ ਦੇ ਵਾਂਗ ਹੀ ਇਹ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਦਾ ਇਲਾਕਾ ਹੈਰੀਟੇਜ ਸਟਰੀਟ ਜੋ ਕਿ ਜਲਿਆਂਵਾਲਾ ਬਾਗ ਵਾਲੇ ਪਾਸੇ ਨੂੰ ਰਸਤਾ ਜਾਂਦਾ, ਤਾਂ ਉੱਥੇ ਤੁਸੀਂ ਦੇਖੋ ਕਿ ਸੰਗਤ ਆਮ ਦਿਨਾਂ ਦੇ ਵਾਂਗ ਹੀ ਦਰਸ਼ਨ ਕਰਨ ਦੇ ਲਈ ਹਰਿਮੰਦਰ ਸਾਹਿਬ ਪਹੁੰਚ ਰਹੀ ਹੈ। ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਹੈ, ਪਰ ਜਿਹੜੀਆਂ ਥਾਵਾਂ ਤੇ ਆਮ ਤੌਰ ਤੇ ਕਾਫੀ ਜ਼ਿਆਦਾ ਟ੍ਰੈਫਿਕ ਨਜ਼ਰ ਆਉਂਦੀ ਸੀ ਉੱਥੇ ਜ਼ਰੂਰ ਅਸੀਂ ਕਹਿ ਸਕਦੇ ਹਾਂ ਕਿ ਤਸਵੀਰ ਵੱਖਰੀ ਨਜ਼ਰ ਆ ਰਹੀ ਹੈ। ਤਾਂ ਇਹ ਤਾਜ਼ਾ ਹਾਲਾਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਬਾਹਰ ਪੁਲਿਸ ਦੇ ਅਧਿਕਾਰੀਆਂ ਦੀਆਂ ਗੱਡੀਆਂ ਇੱਥੇ ਤੁਸੀਂ ਦੇਖ ਸਕਦੇ ਹੋ। ਜਿਹੜੇ ਅੰਮ੍ਰਿਤਸਰ ਦੇ ਡੀਸੀਪੀ ਨੇ ਪਰਮਿੰਦਰ ਸਿੰਘ ਪੰਡਾਲ ਉਹ ਖੁਦ ਕੁਝ ਦੇਰ ਪਹਿਲਾਂ ਫਲੈਗ ਮਾਰਚ ਕਰਦੇ ਹੋਏ ਵੀ ਨਜ਼ਰ ਆਏ ਸੀ। ਤਾਂ ਜਿੱਥੋਂ ਤੱਕ ਫਲੈਗ ਮਾਰਚ ਜਾਂ ਫਿਰ ਪੈਰਾਮਿਲਟਰੀ ਫੋਰਸਸ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤਾਂ ਅੰਮ੍ਰਿਤਸਰ ਦੇ ਵਿੱਚ ਹਾਲਾਂਕਿ 18 ਮਾਰਚ ਨੂੰ ਜਿਹੜਾ ਪੰਜਾਬ ਦੇ ਵਿੱਚ ਆਪਰੇਸ਼ਨ ਚਲਾਇਆ ਗਿਆ ਅੰਮ੍ਰਿਤਪਾਲ ਦੇ ਖਿਲਾਫ, ਪਰ ਉਸ ਤੋਂ ਪਹਿਲਾਂ G20 ਸੰਮੇਲਨ ਨੂੰ ਲੈ ਕੇ ਜਿਹੜੀਆਂ ਤਿਆਰੀਆਂ ਹੋ ਰਹੀਆਂ ਸੀ, ਸ਼ਹਿਰ ਨੂੰ ਇੱਕ ਨਵੀਂ ਦਿੱਖ ਦਿੱਤੀ ਗਈ। ਸ਼ਹਿਰ ਦੇ ਵਿੱਚ ਵੱਖਰੀ ਜਿਹੜੀ ਤਸਵੀਰ ਹੈ, ਚਾਹੇ ਉਹ ਟ੍ਰੈਫਿਕ ਹੈ, ਨਜਾਇਜ਼ ਕਬਜ਼ੇ ਨੇ, ਤਾਂ ਉਹਨਾਂ ਨੂੰ ਲੈ ਕੇ ਪੁਲਿਸ ਪਹਿਲਾਂ ਤੋਂ ਹੀ ਗੰਭੀਰ ਨਜ਼ਰ ਆ ਰਹੀ ਸੀ। ਤਾਂ ਹੁਣ ਵੀ ਇਹੀ ਗੱਲ ਕਹੀ ਜਾ ਰਹੀ ਕਿ G20 ਦੇ ਦੌਰਾਨ ਜਿਸ ਤਰੀਕੇ ਦੀ ਸ਼ਹਿਰ ਦੀ ਤਸਵੀਰ ਨਜ਼ਰ ਆਈ ਤਾਂ ਉਸੇ ਚੀਜ਼ ਨੂੰ ਮੇਨਟੇਨ ਰੱਖਣ ਦੇ ਲਈ ਪੁਲਿਸ ਵੱਲੋਂ ਕਈ ਬਦਲਾਅ ਵੀ ਕੀਤੇ ਗਏ ਨੇ। ਟ੍ਰੈਫਿਕ ਪੁਲਿਸ ਦੇ ਵਿੱਚ 550 ਮੁਲਾਜ਼ਮ ਜਿਹੜੇ ਨੇ ਉਹ ਵਾਧੂ ਹੁਣ ਸਿਰਫ ਤੇ ਸਿਰਫ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਦੇ ਲਈ ਹੀ ਲਗਾਏ ਗਏ ਨੇ। ਤਾਂ ਇਸ ਕਰਕੇ ਤਰਕ ਜ਼ਰੂਰ ਪੁਲਿਸ ਵੱਲੋਂ ਇਹ ਦਿੱਤਾ ਜਾ ਰਿਹਾ ਕਿ ਸਿਰਫ ਅਸੀਂ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਦੇ ਲਈ ਸਾਰੇ ਪ੍ਰਬੰਧ ਕਰ ਰਹੇ ਹਾਂ, ਪਰ ਕਿਤੇ ਨਾ ਕਿਤੇ ਇਸ ਨੂੰ ਉਸ ਦੇ ਨਾਲ ਜੋੜ ਕੇ ਜ਼ਰੂਰ ਦੇਖਿਆ ਜਾ ਰਿਹਾ ਕਿ ਜੇਕਰ ਅੰਮ੍ਰਿਤਪਾਲ ਸਿੰਘ ਇੱਥੇ ਆਤਮ ਸਮਰਪਣ ਕਰਨ ਦੇ ਲਈ ਆਉਂਦਾ ਹੈ, ਜੇਕਰ ਉਸ ਦੇ ਸਮਰਥਕ ਵੱਡੀ ਤਾਦਾਦ ਦੇ ਵਿੱਚ ਇੱਥੇ ਪਹੁੰਚਦੇ ਨੇ ਤਾਂ ਕਿਸ ਤਰੀਕੇ ਦੇ ਨਾਲ ਮਾਹੌਲ ਨੂੰ ਜੋ ਹੈ ਕੰਟਰੋਲ ਦੇ ਵਿੱਚ ਰੱਖਣਾ ਹੈ, ਕਿਸੇ ਤਰ੍ਹਾਂ ਦੀ ਕੋਈ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਖਰਾਬ ਨਾ ਹੋਵੇ, ਤਾਂ ਉਸ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ। ਜੀ ਅਰਸ਼ਦੀਪ। ਜੀ ਤਾਂ ਐਕਸ਼ਨ ਮੋਡ ਦੇ ਵਿੱਚ ਪੁਲਿਸ ਹੈ, ਲੇਕਿਨ ਅਜੇ ਕਿਹਾ ਇਹੀ ਜਾ ਰਿਹਾ ਕਿ G20 ਨੂੰ ਲੈ ਕੇ ਜਿਸ ਤਰੀਕੇ ਦਾ ਇੰਤਜ਼ਾਮ ਸੀ ਉਸੇ ਦੇ ਮੱਦੇਨਜ਼ਰ ਇਹ ਇੰਤਜ਼ਾਮ ਕੀਤੇ ਗਏ ਨੇ। ਸਵਾਲ ਜ਼ਰੂਰ ਹੈ ਕਿ ਕੀ ਉਸੇ ਦੇ ਮੱਦੇਨਜ਼ਰ ਨੇ, ਕਿਉਂਕਿ ਹਲਚਲ ਜ਼ਰੂਰ ਨਜ਼ਰ ਆ ਰਹੀ ਹੈ। ਸੁਰਿੰਦਰ ਕੰਬੋਜ ਅਜੇ ਵੀ ਜੁੜੇ ਹੋਏ ਨੇ ਪਿੰਡ ਮਰਨਾਈਆਂ ਤੋਂ, ਗਰਾਊਂਡ ਜ਼ੀਰੋ ਤੋਂ। ਸੁਰਿੰਦਰ, ਕੋਈ ਅਪਡੇਟ ਮਿਲ ਪਾਈ ਹੈ ਕਿ ਉਹ ਦੋ ਲੋਕ ਕੌਣ ਸੀ, ਕਿਸੇ ਨੇ ਉਹਨਾਂ ਨੂੰ ਵੇਖਿਆ ਹੋਵੇ? ਕਿਉਂਕਿ ਅਮਰੀਕ ਜਾਣਕਾਰੀ ਦੇ ਰਹੇ ਸੀ ਕਿ ਕੁਝ ਬੱਚਿਆਂ ਨੇ ਉਹਨਾਂ ਨੂੰ ਦੇਖਿਆ ਭੱਜਦੇ ਹੋਏ, ਤਾਂ ਉਸ ਨੂੰ ਲੈ ਕੇ ਉਹਨਾਂ ਦਾ ਹੁਲੀਆ ਕੀ ਸੀ, ਇਸ ਨੂੰ ਲੈ ਕੇ ਕੋਈ ਜਾਣਕਾਰੀ ਮਿਲੀ ਹੈ? ਬਿਲਕੁਲ ਅਰਸ਼, ਜਿੱਦਾਂ ਕਿ ਕੱਲ ਦੇਰ ਸ਼ਾਮ ਜਦੋਂ ਇਨੋਵਾ ਗੱਡੀ ਜਿਹੜੀ ਫਗਵਾੜਾ ਵਾਲੇ ਪਾਸਿਓਂ ਹੁਸ਼ਿਆਰਪੁਰ ਵਾਲੇ ਪਾਸੇ ਨੂੰ ਆਉਂਦੀ ਆ ਤੇ ਉੱਥੇ ਹੀ ਉਹਨਾਂ ਦੇ ਪਿੱਛੇ ਜਿਹੜੀ ਪੁਲਿਸ ਹੈਗੀ ਉਹ ਲੱਗ ਜਾਂਦੀ, ਕਿਉਂਕਿ ਇਨਪੁਟ ਇੱਕ ਮਿਲਦੀ ਹੈਗੀ ਵੀ ਇਸ ਗੱਡੀ ਦੇ ਵਿੱਚ ਅੰਮ੍ਰਿਤਪਾਲ ਦੇ ਪਪਲਪ੍ਰੀਤ ਜਿਹੜੇ ਉਹ ਹੋ ਸਕਦੇ ਹਨ। ਜਦੋਂ ਉਹ ਮਲਾਈਆਂ ਪਿੰਡ ਦੇ ਕੋਲ ਪਹੁੰਚਦੀਆਂ ਤੇ ਉੱਥੇ ਗੱਡੀ ਜਿਹੜੀ ਹੈਗੀ ਪਿੰਡ ਨੂੰ ਵੜ ਜਾਂਦੀ ਅੰਦਰ ਨੂੰ। ਉੱਥੇ ਦੋ ਰਸਤੇ ਹੁੰਦੇ, ਇੱਕ ਰਸਤਾ ਗੁਰੂ ਘਰ ਨੂੰ ਜਾਂਦਾ, ਦੂਸਰਾ ਰਸਤਾ ਜਿਹੜਾ ਹੈਗਾ ਆ ਸਾਰੀ ਪਿੰਡ ਵਾਲੇ ਪਾਸੇ ਨੂੰ ਚੱਲ ਜਾਂਦਾ, ਜਦ ਕਿ ਉਹ ਸਾਰੀ ਪਿੰਡ ਵਾਲੇ ਪਾਸੇ ਜਾਣ ਦੀ ਬਜਾਏ ਗੁਰੂ ਘਰ ਵਾਲੇ ਪਾਸੇ ਨੂੰ ਚੱਲ ਜਾਂਦੇ ਨੇ। ਉੱਥੇ ਉਹ ਰਸਤਾ ਖਤਮ ਹੋ ਜਾਂਦਾ, ਬੰਦ ਹੋ ਜਾਂਦਾ। ਉਸੇ ਦੌਰਾਨ ਉਹ ਗੱਡੀ ਜਦੋਂ ਅੰਦਰ ਕਰਦੇ, ਗੁਰਦੁਆਰੇ ਦੇ ਅੰਦਰ ਕਰਦੇ ਆ, ਤਾਂ ਜਦੋਂ ਰਸਤਾ ਖਤਮ ਨਾ ਨਜ਼ਰ ਆਉਂਦਾ ਤਾਂ ਗੱਡੀ ਖੜੀ ਕਰਕੇ ਕੰਧ ਟੱਪ ਕੇ ਖੇਤਾਂ ਵਾਲੇ ਪਾਸੇ ਹੁੰਦੀ ਉਹ ਪਿੰਡਾਂ ਵਾਲੇ ਪਾਸੇ ਨੂੰ ਭੱਜ ਜਾਂਦੇ ਨੇ। ਜਿਹੜੇ ਉੱਥੇ ਬੱਚੇ ਉਸ ਦੌਰਾਨ ਜਿਹੜੇ ਬੱਚੇ ਉਸ ਗਰਾਊਂਡ ਦੇ ਵਿੱਚ ਖੇਡਦੇ ਹੁੰਦੇ ਨੇ ਉਹਨਾਂ ਨਾਲ ਅਮਰੀਕ ਕੁਮਾਰ ਨੇ ਗੱਲ ਕੀਤੀ, ਜਿਹੜੇ ਇੱਥੇ ਸਾਡੇ ਰਿਪੋਰਟਰ ਹੈਗੇ ਨੇ ਨਿਊਜ਼ 18 ਦੇ, ਉਹਨਾਂ ਨਾਲ ਗੱਲਬਾਤ ਕੀਤੀ ਸੀ ਕਿ ਤੇ ਉਹਨਾਂ ਨੇ ਸਾਫ਼ ਦੱਸਿਆ ਸੀ ਨਿਹੰਗਾਂ ਦਾ ਬਾਣਾ ਜਿਹੜਾ ਉਹ ਉਹਨਾਂ ਨੇ ਪਾਇਆ ਹੋਇਆ, ਨਿਹੰਗਾਂ ਵਾਂਗੂ ਜਾਪਦੇ ਸੀਗੇ, ਪਰ ਉਹਨਾਂ ਨੇ ਹਜੇ ਤੱਕ ਉਹਨਾਂ ਦੀ ਪਛਾਣ ਨਹੀਂ ਕੀਤੀ ਵੀ ਆਖਿਰਕਾਰ ਉਹ ਪਪਲਪ੍ਰੀਤ ਸੀ ਜਾਂ ਅੰਮ੍ਰਿਤਪਾਲ ਸੀ। ਇਸ ਕਰਕੇ ਹਜੇ ਤੱਕ ਨਾ ਤਾਂ ਪੁਲਿਸ ਵੱਲੋਂ ਆਇਡੈਂਟੀਫਾਈ ਕੀਤਾ ਗਿਆ, ਨਾ ਹੀ ਉਹਨਾਂ ਬੱਚਿਆਂ ਵੱਲੋਂ ਕੋਈ ਆਇਡੈਂਟੀਫਿਕੇਸ਼ਨ ਦਿੱਤੀ ਗਈ ਆ, ਔਰ ਇਹਦੇ ਉੱਤੇ ਬਿਲਕੁਲ ਕੁਐਸਚਨ ਮਾਰਕ ਆ ਆਖਿਰਕਾਰ ਅੰਮ੍ਰਿਤਪਾਲ ਹੈ ਕਿਤੇ। ਕਿਉਂਕਿ ਪਿਛਲੇ ਦਿਨੀ ਤਸਵੀਰਾਂ ਜ਼ਰੂਰ ਸਾਹਮਣੇ ਆ ਰਹੀਆਂ, ਸ਼ਾਹਬਾਦ ਤੋਂ ਵੀ ਤਸਵੀਰਾਂ ਸਾਹਮਣੇ ਆਈਆਂ, ਪਟਿਆਲੇ ਤੋਂ ਵੀ, ਲੁਧਿਆਣੇ ਤੋਂ ਵੀ, ਹੋਰ ਜਿਹੜੇ ਆਸ-ਪਾਸ ਦੇ ਇਲਾਕੇ ਉੱਥੋਂ ਵੀ CCTV ਫੁਟੇਜ ਜਿਹੜੀਆਂ ਹੈਗੀਆਂ ਉਹ ਸਾਹਮਣੇ ਆਈਆਂ। ਹਾਲਾਂਕਿ ਉਹਨਾਂ ਨੇ ਜਿਹੜੀਆਂ ਸੈਲਫੀ ਫੋਟੋਜ਼ ਜਿਹੜੀਆਂ ਖਿੱਚ ਕੇ ਵਾਇਰਲ ਕੀਤੀਆਂ ਹੈਗੀਆਂ ਉਹ ਵੀ ਸਾਹਮਣੇ ਆਈਆਂ, ਪਰ ਹਜੇ ਤੱਕ ਕੁਐਸਚਨ ਮਾਰਕ ਉਹੀ ਬਰਕਰਾਰ ਹੈ ਵੀ ਆਖਿਰਕਾਰ ਅੰਮ੍ਰਿਤਪਾਲ ਹੈ ਕਿੱਥੇ।
ਬਿਲਕੁਲ ਸਵਾਲ ਇਹੀ ਬਣਿਆ ਹੋਇਆ ਕਿ ਅੰਮ੍ਰਿਤਪਾਲ ਆਖਰ ਹੈ ਕਿੱਥੇ। ਫਿਲਹਾਲ ਦੇ ਲਈ ਸ਼ੁਕਰੀਆ ਸੁਰਿੰਦਰ, ਪੂਰੀ ਜਾਣਕਾਰੀ ਦੇ ਲਈ। ਅੰਮ੍ਰਿਤਸਰ ਤੋਂ ਮੇਰੇ ਸਹਿਯੋਗੀ ਰਾਜੀਵ ਜੁੜੇ। ਰਾਜੀਵ, ਤੁਹਾਡਾ ਵੀ ਸ਼ੁਕਰੀਆ। ਤਾਂ ਇੱਕ ਪਾਸੇ ਅੰਮ੍ਰਿਤਸਰ ਦੇ ਵਿੱਚ ਹਲਚਲ ਨਜ਼ਰ ਆ ਰਹੀ ਹੈ। ਪੁਲਿਸ ਹਾਲਾਂਕਿ ਕਹਿ ਰਹੀ ਹੈ ਕਿ ਸੁਰੱਖਿਆ ਦੇ ਇੰਤਜ਼ਾਮ ਜੋ G20 ਵੇਲੇ ਕੀਤੇ ਗਏ ਸੀ ਉਸੇ ਦੇ ਮੱਦੇਨਜ਼ਰ ਇਸੇ ਤਰੀਕੇ ਦੀ ਤਿਆਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਟ੍ਰੈਫਿਕ ਦੇ ਪ੍ਰਬੰਧਾਂ ਨੂੰ ਦੇਖਿਆ ਜਾ ਰਿਹਾ ਹੈ, ਲੇਕਿਨ ਹਲਚਲ ਜ਼ਰੂਰ ਅੰਮ੍ਰਿਤਸਰ ਦੇ ਵਿੱਚ ਨਜ਼ਰ ਆ ਰਹੀ ਹੈ। ਦੂਸਰੇ ਪਾਸੇ ਹੁਸ਼ਿਆਰਪੁਰ ਦਾ ਪਿੰਡ ਮਰਨਾਈਆਂ ਸੀਲ ਕੀਤਾ ਹੋਇਆ, ਅਜੇ ਵੀ ਤਲਾਸ਼ੀ ਅਭਿਆਨ ਜਾਰੀ ਹੈ। 2 ਲੋਕ ਕੌਣ ਸੀ, ਅੰਮ੍ਰਿਤਪਾਲ ਸੀ ਜਾਂ ਕੋਈ ਹੋਰ ਸੀ, ਇਸ ਨੂੰ ਲੈ ਕੇ ਅਜੇ ਤੱਕ ਸਥਿਤੀ ਸਪਸ਼ਟ ਨਹੀਂ। ਪੁਲਿਸ ਨੂੰ ਇਨਪੁਟ ਮਿਲਿਆ ਸੀ ਕਿ ਅੰਮ੍ਰਿਤਪਾਲ ਤੇ ਪਪਲਪ੍ਰੀਤ ਪੰਜਾਬ 'ਚ ਹੋ ਸਕਦੇ ਨੇ ਜਾਂ ਉਹਨਾਂ ਦੀ ਸਰੈਂਡਰ ਕਰਨ ਦੀ ਤਿਆਰੀ ਹੈ ਜਾਂ ਕਿਸ ਤਰੀਕੇ ਦੇ ਨਾਲ ਉਹ ਪੰਜਾਬ ਵਾਪਸ ਆਏ ਨੇ, ਕਿਉਂਕਿ ਸਵਾਲ ਇਹ ਵੀ ਬਹੁਤ ਸਾਰੇ ਉੱਠਦੇ ਨੇ ਕਿ ਪਿਛਲੇ ਦਿਨਾਂ ਦੇ ਵਿੱਚ ਭਾਰਤ ਸਰਕਾਰ ਨੇ ਨੇਪਾਲ ਸਰਕਾਰ ਨੂੰ ਇੱਕ ਚਿੱਠੀ ਲਿਖੀ ਕਿ ਨੇਪਾਲ ਦੇ ਵਿੱਚ ਅੰਮ੍ਰਿਤਪਾਲ ਤੇ ਉਸ ਨੂੰ ਅੱਗੇ ਭੱਜਣ ਨਾ ਦਿੱਤਾ ਜਾਵੇ। ਅਜਿਹੇ ਦੇ ਵਿੱਚ ਕੀ ਅੰਮ੍ਰਿਤਪਾਲ ਜੇ ਪੰਜਾਬ ਦੇ ਵਿੱਚ ਹੋਣ ਦਾ ਇਨਪੁਟ ਹੈ ਤਾਂ ਕੀ ਉਹ ਨੇਪਾਲ ਗਿਆ ਹੀ ਨਹੀਂ? ਭਾਰਤ ਸਰਕਾਰ ਦੇ ਵੱਲੋਂ ਜੋ ਚਿੱਠੀ ਲਿਖੀ ਗਈ ਤਾਂ ਇਹ ਵੱਡਾ ਸਵਾਲ ਬਣਿਆ ਹੋਇਆ। 2 ਲੋਕ ਜੋ ਇਨੋਵਾ ਛੱਡ ਕੇ ਭੱਜੇ ਨੇ ਉਹ ਕੌਣ ਸੀ, ਇਹ ਸਵਾਲ ਬਣਿਆ ਹੋਇਆ ਹੈ। उधर मुख्यमंत्री भगवंत मान दे वल्लों इस दौरान बयान दिता गया कि पंजाब दे विच अमन शांति बनाए रखनी है। पंजाब काला दौर देख चुकिया है, लेकिन हुण समा तरक्कियां करन दा है, भड़काउण वालियां तो बचण दी लोड़ है। मौजूदा हालातां नूं लैके मुख्यमंत्री ने नसीहत दित्ती है, कहा है कि पंजाब च अमन शांति बनाए रखनी है। पंजाब काला दौर देख चुकिया है, भड़काउण वालियां तो हुण बचण दी लोड़ है, हुण समा तरक्कियां करन दा है। मुख्यमंत्री नियुक्ति पत्र वंड रहे सी। स्कूली सिक्ख्या विभाग दे नाल जुड़े क्लर्कां नूं नियुक्ति पत्र वंडे जा रहे सी, जिस वेले उन्होंने संबोधन करते हुए मौजूदा हालातां नूं लैके नसीहत भी दे दित्ती। उन्होंने कहा कि भड़काउण वालियां तो बचण दी लोड़ है। पंजाब पहलां ही काला दौर देख चुकिया है। अमन शांति हुण सूबे च बनाए रखनी है, हुण तरक्कियां करन दा वेला है। भड़काउण वालियां तो बचण दी लोड़ है। ये मुख्यमंत्री ने नसीहत दित्ती है कि कोई भी जो भड़काहट वाले भाषण दिंदा है, भड़काउण दी कोशिश करदा है, अजिहे लोकां तो बचण दी लोड़ है। पंजाब पहलां ही काला दौर देख चुकिया है, असीं मुड़ो दौर नहीं चाहुंदे, इस करके भड़काउण वालियां तो बचण दी लोड़ है। पंजाब च आपां अमन शांति रखनी, भाईचारे नाल रहण वाले लोक आ। बथेरे काले दिन देख ले, हुण पंजाब लीड करूगा। पंजाब ने हमेशा लीड किया है, चाहे वो आज़ादी की जंग होवे, चाहे वो ग्रीन रेवोल्यूशन होवे, कोई भी नवी जिहड़ी कोई डेवलपमेंट होंदी है, कोई नवा आइडिया होंदा, पंजाब उहनूं अडॉप्ट करदा है। आ सब तो बेस्ट टाइम है हुण कि पंजाबियां लई कि पढ़ के वड्डियां डिग्रियां ते लग्गिए ते डिसीजन मेकर बणीए पढ़ाई नाल। आ ਜਿਹੜੇ ਭੜਕਾਉਣ ਵਾਲੇ ਨੇ ਨਾ ਉਹਨਾਂ ਤੋਂ ਬਚ ਲਓ। ਉਂਗਲ ਲਾਉਣਾ ਤਾਂ ਹਰੇਕ ਪਿੰਡ 'ਚ ਹੁੰਦਾ, ਦੇਖੋ ਉਂਗਲ ਲਾਉਣ ਵਾਲੇ ਹਰੇਕ ਪਿੰਡ 'ਚ ਹੁੰਦੇ ਆ। ਸੋ ਇਹੋ ਜਿਹਿਆਂ ਤੋਂ ਬਚੋ, ਆਪ ਤਾਂ ਇਹ ਪਰਾਂ ਹੋ ਜਾਂਦੇ ਨੇ, ਲੋਕਾਂ ਨੂੰ ਮਰਵਾ ਦਿੰਦੇ। ਪੰਜਾਬ 'ਚ ਆਪਾਂ ਅਮਨ ਸ਼ਾਂਤੀ ਰੱਖਣੀ, ਭਾਈਚਾਰੇ ਨਾਲ ਰਹਿਣ ਵਾਲੇ ਲੋਕ ਆ। बथेरे काले दिन देख ले, हुण पंजाब लीड करूगा। पंजाब ने हमेशा लीड किया है, चाहे वो आज़ादी की जंग होवे, चाहे वो ग्रीन रेवोल्यूशन होवे, कोई भी नवी जिहड़ी कोई डेवलपमेंट होंदी है, कोई नवा आइडिया होंदा, पंजाब उहनूं अडॉप्ट करदा है। आ सब तो बेस्ट टाइम है हुण कि पंजाबियां लई कि पढ़ के वड्डियां डिग्रियां ते लग्गिए ते डिसीजन मेकर बणीए पढ़ाई नाल। आ ਜਿਹੜੇ ਭੜਕਾਉਣ ਵਾਲੇ ਨੇ ਨਾ ਉਹਨਾਂ ਤੋਂ ਬਚ ਲਓ। ਉਂਗਲ ਲਾਉਣਾ ਤਾਂ ਹਰੇਕ ਪਿੰਡ 'ਚ ਹੁੰਦਾ, ਦੇਖੋ ਉਂਗਲ ਲਾਉਣ ਵਾਲੇ ਹਰੇਕ ਪਿੰਡ 'ਚ ਹੁੰਦੇ ਆ। ਸੋ ਇਹੋ ਜਿਹਿਆਂ ਤੋਂ ਬਚੋ, ਆਪ ਤਾਂ ਇਹ ਪਰਾਂ ਹੋ ਜਾਂਦੇ ਨੇ, ਲੋਕਾਂ ਨੂੰ ਮਰਵਾ ਦਿੰਦੇ। ਭਗੌੜੇ ਅੰਮ੍ਰਿਤਪਾਲ ਨੂੰ ਲੈ ਕੇ ਹਾਈਕੋਰਟ ਦੇ ਵਿੱਚ ਸੁਣਵਾਈ ਹੋਈ ਹੈ। ਪੰਜਾਬ ਸਰਕਾਰ ਨੇ ਹਾਈਕੋਰਟ 'ਚ ਹਲਫਨਾਮਾ ਦਾਖਲ ਕੀਤਾ। ਅੰਮ੍ਰਿਤਪਾਲ ਦੇ ਵਕੀਲ ਨੇ ਹਾਲਾਂਕਿ ਕੋਰਟ ਤੋਂ ਹੋਰ ਸਮਾਂ ਮੰਗਿਆ, ਐਫੀਡੇਵਿਟ ਦਾਖਲ ਕਰਨ ਦੇ ਲਈ ਹੋਰ ਸਮਾਂ ਮੰਗਿਆ। ਹਾਈਕੋਰਟ ਨੇ ਅੰਮ੍ਰਿਤਪਾਲ ਦੇ ਵਕੀਲ ਨੂੰ ਮੁੜ ਪੁੱਛਿਆ ਕਿ ਕਿਸ ਥਾਣੇ ਦੇ ਵਿੱਚ ਅੰਮ੍ਰਿਤਪਾਲ ਬੰਦ ਹੈ। ਅਦਾਲਤ ਨੇ ਅੰਮ੍ਰਿਤਪਾਲ ਦੇ ਵਕੀਲ ਨੂੰ ਕਿਹਾ ਤੁਸੀਂ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ। ਹੁਣ 12 ਅਪ੍ਰੈਲ ਨੂੰ
ਅਗਲੀ ਸੁਣਵਾਈ ਹੋਏਗੀ। ਹੈਬੀਅਸ ਕਾਰਪਸ ਪਟੀਸ਼ਨ ਪਾਈ ਗਈ ਸੀ, ਅੰਮ੍ਰਿਤਪਾਲ ਨੂੰ ਪੇਸ਼ ਕਰਨ ਦੇ ਲਈ ਪਟੀਸ਼ਨ ਪਾਈ ਗਈ ਸੀ, ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਅੰਮ੍ਰਿਤਪਾਲ ਨੂੰ ਪੁਲਿਸ ਨੇ ਫੜਿਆ ਹੋਇਆ, ਲੇਕਿਨ ਉਸ ਨੂੰ ਇਹ ਜਾਣਕਾਰੀ ਜ਼ਾਹਰ ਨਹੀਂ ਕੀਤੀ ਜਾ ਰਹੀ ਤੇ ਉਸ ਨੂੰ ਪੇਸ਼ ਕੀਤਾ ਜਾਵੇ ਮੰਗ ਕੀਤੀ ਗਈ, ਜਿਸ ਤੋਂ ਬਾਅਦ ਸੁਣਵਾਈ 2 ਵਾਰ ਹੋ ਚੁੱਕੀ ਹੈ। ਅੱਜ ਤੀਸਰੀ ਵਾਰ ਸੁਣਵਾਈ ਹੋਈ ਹੈ। ਪਿਛਲੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਅੰਮ੍ਰਿਤਪਾਲ ਦੇ ਵਕੀਲ ਨੂੰ ਕਿਹਾ ਸੀ ਕਿ ਉਹ ਜਾਣਕਾਰੀ ਦੇਣ ਕਿ ਕਿਸ ਥਾਣੇ ਦੇ ਵਿੱਚ ਬੰਦ ਹੈ ਅੰਮ੍ਰਿਤਪਾਲ, ਸਬੂਤ ਦੇਣ, ਫਿਰ ਅਦਾਲਤ ਵਾਰੰਟ ਅਫਸਰ ਲਗਾ ਦੇਵੇਗੀ। ਲੇਕਿਨ ਇਸ ਤਰੀਕੇ ਦੇ ਨਾਲ ਗੱਲਾਂ ਦੇ ਆਧਾਰ ਤੇ ਇਸ ਪਟੀਸ਼ਨ ਨੂੰ ਐਂਟਰਟੇਨ ਉਸ ਤਰੀਕੇ ਦੇ ਨਾਲ ਨਹੀਂ ਕੀਤਾ ਜਾ ਸਕਦਾ, ਜਿਸ ਤੋਂ ਬਾਅਦ ਅੱਜ ਪੰਜਾਬ ਸਰਕਾਰ ਨੇ ਹਲਫਨਾਮਾ ਦਾਖਲ ਕੀਤਾ, ਲੇਕਿਨ ਅੰਮ੍ਰਿਤਪਾਲ ਦੇ ਵਕੀਲ ਨੇ ਹਲਫਨਾਮਾ ਦਾਖਲ ਕਰਨ ਦੇ ਲਈ ਸਮਾਂ ਮੰਗਿਆ ਹੈ। ਹੁਣ 12 ਅਪ੍ਰੈਲ ਨੂੰ ਅਗਲੀ ਸੁਣਵਾਈ ਹੋਏਗੀ। ਅਦਾਲਤ ਨੇ ਫਿਰ ਤੋਂ ਅੰਮ੍ਰਿਤਪਾਲ ਦੇ ਵਕੀਲ ਨੂੰ ਪੁੱਛਿਆ ਕਿ ਕਿਹੜੇ ਥਾਣੇ ਦੇ ਵਿੱਚ ਅੰਮ੍ਰਿਤਪਾਲ ਬੰਦ ਹੈ। ਇਸ ਨੂੰ ਲੈ ਕੇ ਕੋਈ ਅਜੇ ਤੱਕ ਉਹਨਾਂ ਦੇ ਵੱਲੋਂ ਜਾਣਕਾਰੀ ਨਹੀਂ ਦਿੱਤੀ ਗਈ। 12 ਅਪ੍ਰੈਲ ਨੂੰ ਅਗਲੀ ਸੁਣਵਾਈ ਹੋਏਗੀ। ਐਨਐਸਏ ਲੱਗ ਗਿਆ ਉਹ ਤਾਂ ਆ ਗਿਆ ਵੀ 18 ਮਾਰਚ ਨੂੰ ਐਨਐਸਏ ਲੱਗ ਗਿਆ, ਡਿਬਰੂਗੜ੍ਹ ਚਲੇ ਗਏ ਨੇ। ਮੈਂ ਗੱਲ ਕਰ ਰਿਹਾ ਕਿ ਹੈਬੀਅਸ ਕਾਰਪਸ ਫਾਈਲ ਜਾਂ ਅੰਮ੍ਰਿਤਪਾਲ ਦੀ ਆਪਾਂ ਜ਼ਿਕਰ ਕਰੀਏ, ਮੇਨ ਇਸ ਟਾਈਮ ਚਿਹਰਾ ਅੰਮ੍ਰਿਤਪਾਲ ਹੈ ਕਿ ਹੈਬੀਅਸ ਕਾਰਪਸ ਫਾਈਲ ਹੁੰਦੀ ਹੈ, ਥਾਣਾ ਕਿਹੜਾ ਹੈ, ਸਵਾਲ ਕੋਰਟ ਇਹੀ ਪੁੱਛ ਰਿਹਾ, ਮਾਈਕਸ ਨੇ ਵੀ ਇਹੀ ਪੁੱਛਿਆ ਵੀ ਹੋ ਸਕਦਾ ਹੈ ਏਜੀ ਤੇ ਸਰਕਾਰ ਬਾਰ-ਬਾਰ ਕਹਿ ਰਹੀ ਹੈ ਸਾਡੇ ਕੋਲ ਨਹੀਂ ਹੈ, ਐਫੀਡੇਵਿਟ ਤੇ ਐਫੀਡੇਵਿਟ ਫਾਈਲ ਕਰ ਰਹੇ ਹਾਂ। ਸਰ ਉਹਦੇ ਵਿੱਚ ਮੈਂ ਕੱਲ ਕੋਰਟ ਨੂੰ ਦੱਸਿਆ ਸੀ ਆਪਦੇ ਕੇਸ ਵਿੱਚ ਜਿਹੜਾ ਹਰਮੇਲ ਸਿੰਘ ਜੋਧਾ ਉਸ ਵੇਲੇ ਭਾਈ ਅੰਮ੍ਰਿਤਪਾਲ ਨਾਲ ਸੀ ਕਿ ਇਟ ਵਾਸ ਏ ਆਰਗੇਨਾਈਜ਼ਡ ਆਪਰੇਸ਼ਨ ਆਫ ਸਟੇਟ ਆਫ ਪੰਜਾਬ। ਸਾਈਮਲਟੇਨੀਅਸਲੀ ਰੇਡਸ ਕੰਡਕਟ ਹੋਈਆਂ ਨੇ ਪੰਜਾਬ ਤੇ ਹਰਿਆਣੇ ਵਿੱਚ। ਦੀ ਆਲ ਐਸੋਸੀਏਟਸ ਹੈਜ਼ ਬੀਨ ਅਰੈਸਟਡ। ਇਟਸ ਹਾਈਲੀ ਇੰਪ੍ਰੋਬੇਬਲ ਕਿ ਮੇਨ ਟਾਰਗੇਟ ਐਸਕੇਪ ਕਰ ਗਿਆ ਹੈ। ਉਹਦੀ ਐਕਸਪਲੇਨੇਸ਼ਨ ਜਿਹੜੀ ਹੈ ਸਟੇਟ ਆਫ ਪੰਜਾਬ ਨੂੰ ਦੇਣੀ ਚਾਹੀਦੀ ਹੈ ਕਿ ਇਹ ਜੁਆਇੰਟ ਆਪਰੇਸ਼ਨ ਸੀ ਪੈਰਾਮਿਲਟਰੀ ਫੋਰਸਸ ਤੇ ਪੰਜਾਬ ਪੁਲਿਸ ਦਾ। ਇਟ ਵਾਸ ਅ ਵੈਲ ਆਰਗੇਨਾਈਜ਼ਡ ਆਪਰੇਸ਼ਨ। ਹਾਊ ਹੀ ਕੈਨ ਐਸਕੇਪ, ਸੋ ਇਹ ਪੁਲਿਸ ਨੂੰ ਦੇਣਾ ਚਾਹੀਦਾ ਹੈ। ਸਾਰਾ 11 ਦਿਨ ਤੋਂ ਮੀਡੀਆ ਕਹਿ ਰਿਹਾ ਹੈ ਜੇ ਕਿਤੇ ਹੈਗਾ ਤੇ ਪੇਸ਼ ਕਰ ਦੇਣ। ਫਿਰ ਉਧਰ ਅੰਮ੍ਰਿਤਪਾਲ ਦੇ ਫਾਈਨੈਂਸਰ ਦਲਜੀਤ ਕਲਸੀ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ। ਦਲਜੀਤ ਕਲਸੀ ਜਿਸ ਤੇ ਐਨਐਸਏ ਲੱਗਿਆ ਹੈ ਤੇ ਇਸ ਵੇਲੇ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ, ਉਸ ਦਾ ਪਾਕਿਸਤਾਨ ਕਨੈਕਸ਼ਨ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਸਾਬਕਾ ਆਰਮੀ ਚੀਫ ਕਮਰ ਜਾਵੇਦ ਬਾਜਵਾ ਦੇ ਬੇਟੇ ਦਾ ਕਲਸੀ ਕਰੀਬੀ ਹੈ। ਕਲਸੀ ਦੀ ਕੰਪਨੀ ਨੂੰ ਸਾਦ ਬਾਜਵਾ ਦੀ ਕੰਪਨੀ ਫਾਈਨੈਂਸ ਕਰਦੀ ਹੈ। ਦੁਬਈ ਦੇ ਵਿੱਚ ਕਮਰ ਜਾਵੇਦ ਬਾਜਵਾ ਦੇ ਬੇਟੇ ਦੀ ਕੰਪਨੀ ਹੈ ਜੋ ਦਲਜੀਤ ਕਲਸੀ ਦੀ ਕੰਪਨੀ ਨੂੰ ਫਾਈਨੈਂਸ ਕਰਦੀ ਹੈ। ਖੁਲਾਸਾ ਹੋਇਆ ਕਲਸੀ 2 ਮਹੀਨੇ ਦੇ ਲਈ ਦੁਬਈ ਵੀ ਗਿਆ ਸੀ। ਅੰਮ੍ਰਿਤਪਾਲ ਦੇ ਸਾਥੀ ਦਲਜੀਤ ਕਲਸੀ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ, ਜਿਸ ਨੂੰ ਗੁੜਗਾਉਂ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਐਨਐਸਏ ਲਗਾਇਆ ਗਿਆ ਹੈ, ਉਸ ਦੇ ਉੱਤੇ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਗ੍ਰਿਫਤਾਰੀ ਹੋਈ ਹੈ ਤੇ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਇਸ ਵੇਲੇ ਬੰਦ ਹੈ। ਉਸ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ। ਦਲਜੀਤ ਕਲਸੀ ਦਾ ਪਾਕਿਸਤਾਨ ਕਨੈਕਸ਼ਨ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਸਾਬਕਾ ਆਰਮੀ ਚੀਫ ਕਮਰ ਜਾਵੇਦ ਬਾਜਵਾ ਦੇ ਬੇਟੇ ਦਾ ਇਹ ਕਰੀਬੀ ਹੈ। ਸਾਦ ਬਾਜਵਾ ਇਸ ਦੀ ਕੰਪਨੀ ਨੂੰ फाइनेंस करता है। साद बाजवा की कंपनी दलजीत कलसी की कंपनी नु फाइनेंस करती है। शंकर आनंद मेरे सहयोगी जुड़ चुके हैं। शंकर, क्या कुछ पूरी जानकारी इस पर? कलसी की अगर बात करें तो कलसी बहुत पहले से ही जांच एजेंसी के रडार पर था, लेकिन जैसे ही अमृतपाल का मसला सामने आया और इस मामले में जैसे ही जांच एजेंसी को पता चले, उसके बाद जिस वक्त में गिरफ्तार करने के लिए पहुंची, तब उसके बाद उस वक्त में ही काफी जो महत्वपूर्ण दस्तावेज हाथ में मिले थे और उन्हीं दस्तावेजों को जब विस्तार से खंगाला गया तब पता चला कि इसका जो संबंध है वो पाकिस्तान के साथ में है। और इसके साथ ही ये भी जानकारी मिलती है कि किस तरह से करोड़ों रुपए का लेन देन जो है ये अक्सर करता था। इसके साथ ही जो एक कहा जा सकता है कि अमृतपाल का जो तमाम जो फिनांस का काम होता है, जो तमाम वित्तीय लेन देन होता था, वो इसके माध्यम से होता था। आने वाले वक्त में कहा जा सकता है कि अब ये जांच एजेंसी के रडार पर भी है। जांच एजेंसी अब इसके मनी लॉन्ड्रिंग से संबंधित तमाम जो अपडेट्स है उसको रजिस्टर कर सकती है और इस मामले में केंद्रीय जांच एजेंसी ईडी की भी एंट्री हो सकती है, क्योंकि तमाम जो मनी लॉन्ड्रिंग का मसला है और जिस तरह से अमृतपाल की बात करें या अमृतपाल के बाद कलसी की बात करें, जो उसका सबसे एक सहयोगी रहा है, तो वो किस तरह से मनी लॉन्ड्रिंग करता था, किस तरह से करोड़ रुपए का लेन देन संदिग्ध हालत में करता था। इस तरह से कह सकते हैं एक तरफ देखा जाए पाकिस्तान के ISI के साथ में इसका कनेक्शन सामने आया और जिस तरह से बकायदा उसके साथ में संदिग्ध जो संबंध सामने आया है, तो उसको अब विस्तार से खंगाला जा रहा है और जल्द ही इस मामले में NIA एंड
एनआईए और ईडी की एंट्री इस मामले में औपचारिक तौर पर होने वाली है। ਜੀ ਸ਼ੰਕਰ ਜੁੜੇ ਰਹਿਣਾ। ਤਾਂ ਦਲਜੀਤ ਕਲਸੀ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ। ਪਿਛਲੇ ਦਿਨਾਂ 'ਚ ਇਹ ਵੀ ਖੁਲਾਸਾ ਹੋਇਆ ਸੀ ਕਿ 2 ਸਾਲਾਂ ਦੇ ਵਿੱਚ ਦਲਜੀਤ ਕਲਸੀ ਦੇ ਅਕਾਊਂਟ 'ਚ 35 ਕਰੋੜ ਰੁਪਏ ਆਏ ਨੇ। ਇਸ ਦੀ ਟ੍ਰਾਂਜੈਕਸ਼ਨ ਹੋਈ ਹੈ, ਉਹ ਪੈਸਾ ਕਿੱਥੇ ਲੱਗਿਆ ਹੈ, ਕਿੱਥੇ ਗਿਆ ਹੈ, ਇਸ ਨੂੰ ਲੈ ਕੇ ਵੀ ਜਾਂਚ ਹੋ ਰਹੀ ਹੈ। ਤੇ ਹੁਣੇ ਸਾਹਮਣੇ ਆਇਆ ਹੈ ਕਿ ਕਮਰ ਜਾਵੇਦ ਬਾਜਵਾ ਦੇ ਬੇਟੇ ਦੀ ਕੰਪਨੀ ਦਲਜੀਤ ਕਲਸੀ ਦੀ ਕੰਪਨੀ ਨੂੰ ਫਾਈਨੈਂਸ ਕਰਦੀ ਹੈ। ਪਾਕਿਸਤਾਨ ਕਨੈਕਸ਼ਨ ਸਾਹਮਣੇ ਆਇਆ ਹੈ ਦਲਜੀਤ ਕਲਸੀ ਦਾ। ਦਲਜੀਤ ਕਲਸੀ ਜੋ ਅੰਮ੍ਰਿਤਪਾਲ ਦਾ ਬੇहद ਕਰੀਬੀ ਹੈ, ਫਾਈਨੈਂਸਰ ਵੀ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੰਨਿਆ ਜਾਂਦਾ ਹੈ, ਉਸ ਨੂੰ ਲੈ ਕੇ ਇਹ ਵੱਡਾ ਖੁਲਾਸਾ ਹੋਇਆ ਹੈ। ਤੇ ਦਲਜੀਤ ਕਲਸੀ ਦੇ ਨਾਲ ਹੀ ਜੁੜੀ ਇੱਕ ਹੋਰ ਵੱਡੀ ਖਬਰ ਵੀ ਸਾਹਮਣੇ ਆਈ ਹੈ। ਕਲਸੀ ਦੇ ਬੰਬੀਹਾ ਗੈਂਗ ਦੇ ਨਾਲ ਕਰੀਬੀ ਲਿੰਕ ਨੇ। ਬੰਬੀਹਾ ਗੈਂਗ ਦੇ ਨਾਲ ਜੁੜੇ ਕਰੀਬੀ ਜਿਹੜਾ ਗੈਂਗਸਟਰ ਹੈ ਉਸ ਦੇ ਨਾਲ ਵੀ ਲਿੰਕ ਸਾਹਮਣੇ ਆ ਰਹੇ ਨੇ। ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ ਹੈ, ਗੈਂਗਸਟਰ ਨੀਰਜ ਬਵਾਨਾ ਦੇ ਨਾਲ ਕਲਸੀ ਦਾ ਸੰਪਰਕ ਸੀ। ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਗੈਂਗਸਟਰ ਨੀਰਜ ਬਵਾਨਾ ਬੰਦ ਹੈ। ਸੂਤਰਾਂ ਦੇ ਮੁਤਾਬਕ ਨੀਰਜ ਬਵਾਨਾ ਦੇ ਨਾਲ ਦਲਜੀਤ ਕਲਸੀ ਨੇ ਰੰਗਦਾਰੀ ਵੀ ਮੰਗੀ ਹੈ। ਦਲਜੀਤ ਕਲਸੀ ਨੂੰ ਲੈ ਕੇ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਗੈਂਗਸਟਰਾਂ ਦੇ ਨਾਲ ਵੀ ਸਬੰਧ ਨੇ। ਬੰਬੀਹਾ ਗੈਂਗ ਦੇ ਕਰੀਬੀ ਗੈਂਗਸਟਰ ਦੇ ਨਾਲ ਵੀ ਲਿੰਕ ਸਾਹਮਣੇ ਆ ਰਹੇ ਨੇ। ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ ਹੈ, ਨੀਰਜ ਬਵਾਨਾ ਦੇ ਨਾਲ रंगदारी भी मंगी है। शंकर आनंद मेरे सहयोगी लगातार जुड़े हुए ने। शंकर, क्या कुछ इसको लेकर जानकारी कोशिश करते हैं शंकर तो जानकारी लैण दे लई। नीरज बवाना दे नाल रंगदारी मंगण दी भी खबर है। दलजीत कलसी दा गैंगस्टर लिंक भी सामने आ रहा है। गैंगस्टरां दे नाल भी लिंक ने, इस तो पहला रंगदारी भी मंगी है। यह भी खबर आ रही है सूत्रां दे हवाले नाल। गैंगस्टर नीरज बवाना दे नाल कलसी संपर्क दे विच सी, यह भी लिंक सामने आ रहा है। दलजीत कलसी जो अमृतपाल दा बेहद करीबी इस वेले असम दी डिब्रूगढ़ जेल दे विच बंद है। उसदे बंबीहा गैंग दे करीबी गैंगस्टर नाल भी लिंक ने। सूत्रां दे हवाले नाल खबरां मिल रही ने। नीरज बवाना दे नाल इस दे लिंक ने। नीरज बवाना जो इस वेले दिल्ली दी तिहाड़ जेल दे विच बंद है, उसदे नाल भी इस दे लिंक जुड़े हुए ने। शंकर आनंद मेरे सहयोगी लगातार जुड़े हुए ने। शंकर, क्या कुछ पूरी जानकारी, गैंगस्टर लिंक भी सामने आ रहा है? देखिए, जिस तरह से कलसी की अगर बात करें, कलसी के यहाँ पर जिस वक्त में सर्च ऑपरेशन को उसके हरियाणा से लेकर पंजाब का कनेक्शन शुरुआती दौर पे सामने आया था और उसी छापेमारी के दौरान में कई महत्वपूर्ण दस्तावेजों को जब जब्त किया गया और उसके घर से जो इलेक्ट्रॉनिक डिवाइस जो है वो बरामद किया गया था और इसके साथ ही कुछ अन्य लोकेशन पर सर्च ऑपरेशन के दौरान में जो तमाम जानकारियां मिली हैं उसी को जब खंगाला गया तो पता चला गैंगस्टर नीरज बवाना के साथ में किस तरह से उसके संबंध है। इसके साथ ही कई अन्य गैंगस्टर के साथ में संबंध वो सामने आया। उसके बाद जब और विस्तार से तफ्तीश किया गया, इस मामले में खंगाला गया तो पता चला पाकिस्तान की जो खुफिया एजेंसी है ISI के साथ में भी उसका कनेक्शन शुरुआती तौर पर सामने आ रहा है, तो उसको भी विस्तार से खंगाला जा रहा है। चाहे भाजपा के साथ में कनेक्शन की अगर बात करें या दूसरे अन्य मामलों की अगर बात करें तो एक तरह से कह सकते हैं कि ये मामला अब तफ्तीश का दायरा काफी आगे बढ़ता हुआ नजर आ रहा है और जल्द ही इस मामले की गंभीरता को देखते हुए कहा जा सकता है कि केंद्रीय जांच एजेंसी NIA और उसके बाद ED की भी एंट्री इस मामले में हो सकती है, क्योंकि यहाँ पर मनी लॉन्ड्रिंग का मामला भी सामने देखने को मिल रहा है कि किस तरह से एक मनी लॉन्ड्रिंग, उसके बाद टेरर फंडिंग से जुड़ा हुआ एक मसला सामने आ रहा है। तो टेरर फंडिंग से जुड़ा हुआ मामला जो है वो NIA उसको इन्वेस्टिगेट करेगी, लेकिन किस तरह से मनी लॉन्ड्रिंग की गई है उसको भी इन्वेस्टिगेट करने के लिए ED की एंट्री हो सकती है। और दूसरी तरफ देखा जाए, दूसरी तरफ जिस तरह से नीरज बवाना जो एक दिल्ली NCR का एक बहुत बड़ा गैंगस्टर माना जाता रहा है, लेकिन उसके साथ में कलसी का किस तरह से जुड़ा, किस तरह से एक अलग साम्राज्य बनाने की तैयारी हो रही थी और किस तरह से अमृतपाल को ये फायदा पहुंचा रहा था, तो इन तमाम मामलों की गंभीरता को देखते हुए आगे जांच एजेंसी इस मामले को इन्वेस्टिगेट करने वाली है। लेकिन जल्द ही इस मामले में NIA की एंट्री होगी, उसके बाद उसी मामले को आधार बनाते हुए ED के द्वारा वो केस को रजिस्टर किया जाएगा और उसके बाद आगे इस मामले में इन्वेस्टिगेशन प्रारंभ किया जाएगा। जी शुक्रिया शंकर पूरी जानकारी के लिए। तो ED ਤੇ NIA ਦੀ ਐਂਟਰੀ ਵੀ ਇਸ ਮਾਮਲੇ ਦੇ ਵਿੱਚ ਹੋ ਸਕਦੀ ਹੈ। ਦਲਜੀਤ ਕਲਸੀ ਨੂੰ ਲੈ ਕੇ ਕਈ ਖੁਲਾਸੇ ਹੋ ਰਹੇ ਨੇ। 35 ਕਰੋੜ 2 ਸਾਲਾਂ ਦੇ ਵਿੱਚ ਇਸ ਦੇ ਅਕਾਊਂਟ ਦੇ ਵਿੱਚ ਆਇਆ, ਕਿੱਥੋਂ ਆਇਆ ਹੈ, ਕਿੱਥੇ ਖਰਚ ਹੋਇਆ, ਉਸ ਨੂੰ ਲੈ ਕੇ ਤਾਂ ਜਾਂਚ ਹੋ ਹੀ ਰਹੀ ਸੀ। ਹੁਣ ਗੈਂਗਸਟਰਾਂ ਦੇ ਨਾਲ ਵੀ ਲਿੰਕ ਸਾਹਮਣੇ ਆਏ ਨੇ ਤੇ ਇਹ ਵੀ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਦੇ ਸਾਬਕਾ ਆਰਮੀ ਚੀਫ ਦੇ ਬੇਟੇ ਦੀ ਕੰਪਨੀ ਦਲਜੀਤ ਕਲਸੀ ਦੀ ਕੰਪਨੀ ਨੂੰ ਫਾਈਨੈਂਸ ਕਰਦੀ ਹੈ।
ਉਧਰ ਆਪਰੇਸ਼ਨ ਅੰਮ੍ਰਿਤਪਾਲ ਦੇ ਵਿਚਾਲੇ ਪੁਲਿਸ ਟ੍ਰਾਂਸਫਰ ਹੋਏ ਨੇ। ਜਲੰਧਰ ਦੇ ਵਿੱਚ ਵੱਡੇ ਪੱਧਰ ਤੇ ਪੁਲਿਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ। ਜਲੰਧਰ ਦੇ 6 ਵੱਡੇ ਪੁਲਿਸ ਅਫਸਰਾਂ ਦੇ ਤਬਾਦਲੇ ਹੋਏ ਨੇ। ਡੀਸੀਪੀ ਹੈੱਡਕੁਆਟਰ ਵਤਸਲਾ ਗੁਪਤਾ ਦਾ ਅੰਮ੍ਰਿਤਸਰ ਟ੍ਰਾਂਸਫਰ ਕਰ ਦਿੱਤਾ ਗਿਆ ਹੈ। ਜਲੰਧਰ ਦਿਹਾਤੀ ਦੇ ਐਸਐਸਪੀ ਸਵਰਨਦੀਪ ਦਾ ਵੀ ਤਬਾਦਲਾ ਕੀਤਾ ਗਿਆ, ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਵਿੱਚ ਡੀਸੀਪੀ ਇਨਵੈਸਟੀਗੇਸ਼ਨ ਲਾਇਆ ਗਿਆ ਹੈ। ਜਲੰਧਰ ਦਿਹਾਤੀ ਦੇ ਐਸਪੀ ਹੈੱਡਕੁਆਟਰ ਮਨਜੀਤ ਕੌਰ ਨੂੰ ਕਪੂਰਥਲਾ ਭੇਜ ਦਿੱਤਾ ਗਿਆ ਹੈ। ਦੱਸ ਦਈਏ ਕਿ ਨਕੋਦਰ ਤੇ ਸ਼ਾਹਬਾਦ ਜਲੰਧਰ ਦਿਹਾਤੀ ਦੇ ਵਿੱਚ ਹੀ ਆਉਂਦੇ ਨੇ, ਜਿੱਥੇ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦੀਆਂ ਕੋਸ਼ਿਸ਼ਾਂ ਹੋਈਆਂ। ਇਹ ਪੂਰਾ ਆਪਰੇਸ਼ਨ ਚਲਾਇਆ ਗਿਆ ਅੰਮ੍ਰਿਤਪਾਲ ਦੇ ਖਿਲਾਫ, ਵਾਰਿਸ ਪੰਜਾਬ ਦੇ ਜਥੇਬੰਦੀ ਦੇ ਖਿਲਾਫ। ਤਾਂ ਜਲੰਧਰ ਦੇ ਵਿੱਚ ਤੈਨਾਤ ਪੁਲਿਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ। ਵੱਡੇ ਪੱਧਰ ਤੇ ਪੁਲਿਸ ਅਫਸਰਾਂ ਦੇ ਤਬਾਦਲੇ ਹੋਏ ਨੇ। 6 ਵੱਡੇ ਪੁਲਿਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ। ਡੀਸੀਪੀ ਹੈੱਡਕੁਆਟਰ ਵਤਸਲਾ ਗੁਪਤਾ ਨੂੰ ਅੰਮ੍ਰਿਤਸਰ ਭੇਜ ਦਿੱਤਾ ਗਿਆ ਹੈ। ਜਲੰਧਰ ਦਿਹਾਤੀ ਦੇ ਐਸਐਸਪੀ ਸਵਰਨਦੀਪ ਨੂੰ ਅੰਮ੍ਰਿਤਸਰ ਚ ਡੀਸੀਪੀ ਇਨਵੈਸਟੀਗੇਸ਼ਨ ਲਾਇਆ ਹੈ। ਜਲੰਧਰ ਦਿਹਾਤੀ ਦੇ ਐਸਪੀ ਹੈੱਡਕੁਆਟਰ ਮਨਜੀਤ ਕੌਰ ਨੂੰ ਕਪੂਰਥਲਾ ਭੇਜ ਦਿੱਤਾ ਗਿਆ ਹੈ। ਪੰਕਜ ਕਪਾਈ ਮੇਰੇ ਸਹਿਯੋਗੀ ਜੁੜੇ ਨੇ। ਪੰਕਜ, ਪੁਲਿਸ ਦੇ ਅਸੀਂ ਕਹੀਏ ਕਿ ਜਲੰਧਰ ਦੇ ਵਿੱਚ ਖਾਸ ਕਰਕੇ ਦਿਹਾਤੀ ਇਲਾਕੇ ਦੇ ਪੁਲਿਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਕਿ ਕਿਸ ਤਰੀਕੇ ਦੇ ਨਾਲ ਇਸ ਨੂੰ ਦੇਖਿਆ ਜਾਵੇ? ਦੇਖੋ, ਪਿਛਲੇ ਦਿਨਾਂ 'ਚ ਜਦੋਂ ਜਲੰਧਰ ਤੋਂ ਹੀ ਖਬਰ ਨਿਕਲ ਕੇ ਸਾਹਮਣੇ ਆਈ ਸੀਗੀ ਕਿ ਅੰਮ੍ਰਿਤਪਾਲ ਜਲੰਧਰ ਦੇ ਵਿੱਚ ਘੁੰਮ ਰਿਹਾ ਸੀਗਾ ਔਰ ਉਸ ਵੇਲੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨਹੀਂ ਹੋ ਸਕੀ, ਤਾਂ ਹੋ ਸਕਦਾ ਹੈ ਕਿ ਇਹ ਗਾਜ ਅੰਮ੍ਰਿਤਪਾਲ ਦੀ ਵਜ੍ਹਾ ਕਰਕੇ ਹੀ ਜਲੰਧਰ ਦਿਹਾਤੀ ਦੇ ਐਸਐਸਪੀ ਦੇ ਉੱਤੇ ਡਿੱਗੀ ਹੋਵੇ। ਔਰ ਇਸ ਤੋਂ ਇਲਾਵਾ ਕੁਝ ਹੋਰ ਵੀ ਟ੍ਰਾਂਸਫਰਾਂ ਜਿਹੜੀਆਂ ਹੋਈਆਂ ਨੇ ਔਰ ਅੱਜ ਵੀ ਜਿਸ ਤਰੀਕੇ ਦੇ ਨਾਲ ਐਕਟੀਵਿਟੀ ਲਗਾਤਾਰ ਵਧੀ ਹੋਈ ਹੈ ਹੁਸ਼ਿਆਰਪੁਰ, ਜਲੰਧਰ, ਅੰਮ੍ਰਿਤਸਰ ਦੇ ਵਿੱਚ ਔਰ ਲਗਾਤਾਰ ਇੱਕ ਗੱਡੀ ਦਾ ਜ਼ਿਕਰ ਹੋ ਰਿਹਾ, ਉਸ ਨੂੰ ਵੀ ਪੁਲਿਸ ਦੇਖ ਰਹੀ ਹੈ ਔਰ ਉਸ ਵਿਚਾਲੇ ਇਹ ਟ੍ਰਾਂਸਫਰ ਜਿਹੜੀਆਂ ਨੇ ਉਹ ਹੋਈਆਂ ਨੇ ਔਰ ਜਲੰਧਰ ਰੂਰਲ ਐਸਐਸਪੀ ਨੂੰ ਜਿਹੜਾ ਉਹ ਬਦਲ ਦਿੱਤਾ ਗਿਆ। ਜੀ ਸ਼ੁਕਰੀਆ ਪੰਕਜ ਪੂਰੀ ਜਾਣਕਾਰੀ ਦੇ ਲਈ। ਤਾਂ ਪਿਛਲੇ ਦਿਨਾਂ ਦੀਆਂ ਤਸਵੀਰਾਂ, ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ। 18 ਮਾਰਚ ਨੂੰ ਜਦੋਂ ਪੁਲਿਸ ਇਹ ਵੱਡਾ ਆਪਰੇਸ਼ਨ ਚਲਾ ਰਹੀ ਸੀ, 18 ਮਾਰਚ ਦੀਆਂ ਸੀਸੀਟੀਵੀ ਤਸਵੀਰਾਂ ਆਈਆਂ ਕਿ ਅੰਮ੍ਰਿਤਪਾਲ ਉਸੇ ਇਲਾਕੇ ਦੇ ਵਿੱਚ ਹੁਲੀਆ ਬਦਲ ਕੇ ਘੁੰਮ ਰਿਹਾ ਸੀ। ਪੁਲਿਸ ਦੀ ਗ੍ਰਿਫਤ ਦੇ ਵਿੱਚ ਕਿਉਂ ਨਹੀਂ ਆਇਆ? ਤਾਂ ਉਸੇ ਦੇ ਚਲਦੇ ਇਹ ਤਬਾਦਲੇ ਹੋਏ ਹੋ ਸਕਦੇ ਨੇ, ਗਾਜ ਡਿੱਗੀ ਹੋ ਸਕਦੀ ਹੈ। ਕਈ ਸਾਰੇ ਵੱਡੇ ਪੁਲਿਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ। ਉਧਰ ਪੰਜਾਬੀ ਗਾਇਕ ਬੱਬੂ ਮਾਨ ਦਾ ਟਵਿੱਟਰ ਅਕਾਊਂਟ ਭਾਰਤ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੈ। ਟਵਿੱਟਰ ਅਕਾਊਂਟ ਤੇ ਰੋਕ ਲਾ ਦਿੱਤੀ ਗਈ ਹੈ। ਬੱਬੂ ਮਾਨ ਦੇ ਟਵੀਟ ਭਾਰਤ ਦੇ ਵਿੱਚ ਨਹੀਂ ਦੇਖੇ ਜਾ ਸਕਦੇ। ਮੈਸੇਜ ਲਿਖਿਆ ਆ ਰਿਹਾ ਹੈ, ਅਕਾਊਂਟ ਵਿਦਹੈਲਡ। ਇੱਕ ਕਾਨੂੰਨੀ ਮੰਗ ਦੇ ਜਵਾਬ ਦੇ ਵਿੱਚ ਭਾਰਤ ਵਿੱਚ ਇਹ ਖਾਤਾ ਰੋਕ ਦਿੱਤਾ ਗਿਆ ਹੈ। ਦੱਸ ਦਈਏ ਕਿ ਅੱਜ ਬੱਬੂ ਮਾਨ ਦਾ ਜਨਮ ਦਿਨ ਵੀ ਹੈ, ਲੇਕਿਨ ਇਸ ਮੌਕੇ ਦੇ ਉੱਤੇ ਉਹਨਾਂ ਦਾ ਟਵਿੱਟਰ ਅਕਾਊਂਟ ਵਿਦਹੋਲਡ ਨਜ਼ਰ ਆ ਰਿਹਾ ਹੈ। ਇਹ ਲਿਖਿਆ ਆ ਰਿਹਾ ਹੈ, ਜੋ ਤਸਵੀਰ ਅਸੀਂ ਦਿਖਾ ਰਹੇ ਹਾਂ ਬੱਬੂ ਮਾਨ ਦਾ ਅਕਾਊਂਟ, ਜੇ ਤੁਸੀਂ ਸਰਚ ਕਰੋ ਤਾਂ ਲਿਖਿਆ ਆ ਰਿਹਾ ਅਕਾਊਂਟ ਵਿਦਹੈਲਡ ਤੇ ਹੇਠਾਂ ਲਿਖਿਆ ਹੈ ਕਿ ਇੱਕ ਲੀਗਲ ਡਿਮਾਂਡ ਦੇ ਚੱਲਦੇ ਇਸ ਖਾਤੇ ਤੇ ਭਾਰਤ ਦੇ ਵਿੱਚ ਰੋਕ ਲਗਾ ਦਿੱਤੀ ਗਈ ਹੈ। ਯਾਨੀ ਕਿ ਬੱਬੂ ਮਾਨ ਟਵੀਟ ਕਰ ਸਕਦੇ ਨੇ, ਦੂਸਰੇ ਦੇਸ਼ਾਂ 'ਚੋਂ ਟਵੀਟ ਨਜ਼ਰ ਵੀ ਆਉਣਗੇ, ਲੇਕਿਨ ਭਾਰਤ ਦੇ ਵਿੱਚੋਂ ਟਵੀਟ ਨਜ਼ਰ ਨਹੀਂ ਆਉਣਗੇ।